ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੇ ਹਾਂ। ਰੋਜ਼ਾਨਾ ਦੀ ਤਰ੍ਹਾਂ ਗੁਰਮਤਿ ਦੀ ਕਲਾਸ ਵਿੱਚ ਜੁੜ ਬੈਠਦੇ ਹਾਂ। ਸਤਿਗੁਰੂ ਨੇ ਰਹਿਮਤ ਕੀਤੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਵਿੱਚੋਂ ਅਸੀਂ ਉਹਨਾਂ ਦੇ ਜੋ ਚਮਤਕਾਰ ਹਨ, ਉਹਨਾਂ ਦੀਆਂ ਸਾਖੀਆਂ ਸਰਵਣ ਕਰ ਰਹੇ ਹਾਂ, ਜੋ ਕਿ ਭਾਈ ਵੀਰ ਸਿੰਘ ਜੀ ਉਹਨਾਂ ਵੱਲੋਂ ਸ੍ਰੀ ਗੁਰੂ ਨਾਨਕ ਚਮਤਕਾਰ ਸਿਰਲੇਖ ਹੇਠ ਜਿਹੜੀ ਉਹ ਪੁਸਤਕ ਛਾਪੀ ਹੈ। ਇਸ ਇਤਿਹਾਸਕ ਗ੍ਰੰਥ ਦੇ ਵਿੱਚੋਂ ਅਸੀਂ ਪੜ੍ਹ ਰਹੇ ਸਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ, ਉਹਨਾਂ ਦੇ ਪਿਤਾ, ਜੋ ਬਾਲਕ ਨੂੰ ਸੱਚਾ ਸੌਦਾ ਕਰਨ ਵਾਸਤੇ ਕਹਿ ਕੇ ਭਾਵ ਜਿਹੜਾ ਵਾ ਉਹ ਆਪਣੇ ਨਗਰ ਤਲਵੰਡੀ ਤੋਂ ਬਾਹਰ ਭੇਜਦੇ ਨੇ, ਤੇ ਨਾਲ ਇੱਕ ਬਾਲਾ ਨਾਮ ਦਾ ਜਿਹੜਾ ਵਾ ਉਹ ਆਪਣਾ ਜਿਹੜਾ ਵਾ ਉਹ ਨਾਲ ਭੇਜਦੇ ਹਨ ਐਹਲਕਾਰ, ਜੋ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਬਾਹਰ ਜੋ ਵਪਾਰ ਕਰਨ ਵਾਸਤੇ ਨਿਕਲੇ ਹਨ। ਇੱਥੇ ਰਸਤੇ ਵਿੱਚ ਜਾਂਦਿਆਂ ਜੰਗਲ ਦੇ ਵਿੱਚ ਕੁਝ ਸਾਧੂ ਮਿਲਦੇ ਨੇ, ਜਿਨ੍ਹਾਂ ਦੇ ਨਾਲ ਵਿਚਾਰ ਚਰਚਾ ਹੁੰਦੀ ਹੈ। ਉਸ ਵਿਚਾਰ ਚਰਚਾ ਤੋਂ ਬਾਅਦ ਮਨ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਉਂਦਾ ਹੈ ਕਿ ਕਿਉਂ ਨਾ ਇਹ ਪ੍ਰਮਾਤਮਾ ਦੇ ਆਸਰੇ ਬੈਠੇ ਹਨ ਤੇ ਅੱਜ ਅਸੀਂ ਇਹਨਾਂ ਨੂੰ ਭੋਜਨ ਛਕਾ ਦਈਏ, ਕਿਉਂਕਿ ਇਹਨਾਂ ਨੇ ਕੁਝ ਦਿਨਾਂ ਤੋਂ ਭੋਜਨ ਨਹੀਂ ਛਕਿਆ। ਇੱਥੋਂ ਤੱਕ ਅਸੀਂ ਸਰਵਣ ਕੀਤਾ ਸੀ। ਇਹ ਮਨ ਵਿੱਚ ਕਿਸ ਤਰ੍ਹਾਂ ਭਾਵਨਾ ਬਣੀ, ਕਿਉਂਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਲਾਲ ਰਾਗ ਦੇ ਅੰਦਰ ਸ਼ਬਦ ਪੜ੍ਹਦੇ ਹਾਂ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਤਾਏ, ਵੈਰ ਨਾ ਭੂਲੈ ਦਾਰੂ ਲਾਏ। ਸੋ ਇਸ ਮਹਾਂ ਦੁੱਖ ਵਿੱਚ ਇੱਕ ਜਮਾਤ ਨੂੰ ਵੇਖੇ ਤੇ ਗੁਰੂ ਨਾਨਕ ਜੀ ਮੁੱਠ ਵਿੱਚ ਹੁਣ 20 ਰੁਪਏ ਰਹਿ ਜਾਣ, ਪਰ ਦੁੱਖ ਹਰਨ ਜਿਹੜਾ ਇਹਨਾਂ ਦੇ ਤਨ ਉੱਤੇ ਦੁੱਖ ਆਇਆ ਭੁੱਖ ਦੇ ਨਾਲ, ਉਹ ਖਰਚ ਨਾ ਕੀਤੇ ਜਾਣ ਤੇ ਇਹ ਬਹੁਤ ਮਾੜੀ ਗੱਲ ਹੋਵੇਗੀ। ਗੁਰੂ ਨਾਨਕ ਪਾਤਸ਼ਾਹ ਜੀ ਇਹ ਸੋਚਦੇ ਨੇ। ਇਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੁਭਾਅ ਵਿੱਚ ਹੀ ਸੀ। ਗੁਰੂ ਨਾਨਕ ਪਾਤਸ਼ਾਹ ਜੀ ਮਨ ਵਿੱਚ ਸੰਸਾਰ ਦੇ ਦੁੱਖਾਂ ਨੂੰ ਹਰਨ ਵਾਸਤੇ, ਉਹਨਾਂ ਦੇ ਆਈ ਹੋਈ ਪੀੜਾ ਨੂੰ ਹਰਨ ਵਾਸਤੇ ਜਿਹੜਾ ਵਾ ਉਹ ਆਏ ਸਨ। ਪਿਤਾ ਚਾਹੁੰਦਾ ਸੀ ਕਿ ਕੋਈ ਚੰਗਾ ਸੌਦਾ ਕਰਕੇ ਲਿਆਏਗਾ, ਪੈਸਿਆਂ ਵਿੱਚ ਬਰਕਤ ਹੋਏਗੀ, ਧਨ ਵਿੱਚ ਬਰਕਤ ਹੋਏਗੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਐਸਾ ਸੌਦਾ ਕੀਤਾ, ਜੋ ਸੌਦਾ ਅਸੀਂ ਇਤਿਹਾਸ ਵਿੱਚ ਇਹ ਪੜ੍ਹਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਦੀਨਾਂ ਦੇ ਬੰਧੂ, ਕਿ ਕਿਉਂ ਨਾ ਮੈਂ ਇਹਨਾਂ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਦੇਵਾਂ। ਇਹ ਉਹਨਾਂ ਦੇ ਮਨ ਦੀ ਭਾਵਨਾ। ਉਹਨਾਂ ਨੇ ਉਸੇ ਵੇਲੇ ਜਿਹੜੇ ਰੁਪਈਏ ਸਨ ਬਾਹਰ ਕੱਢੇ ਤੇ ਬਾਹਰ ਕੱਢ ਕੇ ਧਰ ਦਿੱਤੇ ਤੇ ਆਖਿਆ, ਸੰਤ ਜੀ ਇਹ ਮਾਇਆ ਮੇਰੇ ਪਾਸ ਇਸ ਛਿਨ ਹੈ, ਭਾਵ ਹੁਣ ਮੇਰੇ ਕੋਲ ਇਹ ਮਾਇਆ ਹੈ, ਤੁਸੀਂ ਵਰਤੋ ਤੇ ਸਾਰਿਆਂ ਨੂੰ ਭੋਜਨ ਛਕਾਓ। ਉਸ ਮਹੰਤ ਨੇ ਬੜੀ ਗੰਭੀਰਤਾ ਨਾਲ ਕਿਹਾ, ਇਹ ਬਾਲਕ, ਆਪ ਦੀ ਅਵਸਥਾ ਛੋਟੀ ਹੈ ਪਰ ਦਿਲ ਵੱਡਾ ਹੈ। ਇਹ ਮਾਇਆ ਆਪਦੇ ਪਿਤਾ ਨੇ ਕਿਸੇ ਕਾਰ ਲਈ ਦਿੱਤੀ ਹੋਊ। ਸਾਡਾ ਭਗਵਾਨ ਫਿਕਰ ਕਰੇਗਾ, ਤੁਸੀਂ ਇਹ ਮਾਇਆ ਖਰਚ ਕੇ ਖੇਚਲ ਵਿੱਚ ਨਾ ਪੈ ਜਾਣਾ। ਸ੍ਰੀ ਗੁਰੂ ਨਾਨਕ ਦੇਵ ਜੀ ਨੈਣਾਂ ਵਿੱਚੋਂ ਇੱਕ ਸੋਚ ਦੀ ਲਹਿਰ ਲੰਘੀ, ਪਰ ਫਿਰ ਮੁਸਕਰਾਏ ਤੇ ਫਿਰ ਕਰੁਣਾ ਰੰਗ ਵਿੱਚ ਭਰ ਕੇ ਬੋਲੇ, ਖੇਦ ਖੇਚਲਾਂ ਸਹਿਣਾ ਸਰੀਰ ਦਾ ਧਰਮ ਹੈ। ਧਿਆਨ ਨਾਲ ਸੁਣਨਾ। ਗੁਰੂ ਨਾਨਕ ਪਾਤਸ਼ਾਹ ਜੀ ਇਹਨਾਂ ਸਾਧੂ ਜਨਾਂ ਨੂੰ, ਇਹਨਾਂ ਮਹੰਤ ਜਨਾਂ ਨੂੰ ਜਿਹੜੇ ਬੈਠੇ ਨੇ ਜੰਗਲ ਵਿੱਚ, ਜਿਨ੍ਹਾਂ ਨੂੰ ਪ੍ਰਸ਼ਾਦੇ ਦੀ ਛਕਾਉਣ ਦੀ ਗੱਲ ਕਹੀ ਹੈ, ਉਹਨਾਂ ਨੂੰ ਕਹਿ ਰਹੇ ਨੇ ਕਿ ਜਿਹੜਾ ਇਹ ਸਰੀਰ ਹੈ,
ਇਹਦਾ ਧਰਮ ਹੈ ਕਿ ਖੇਚਲਾਂ, ਖੇਦ ਇਹ ਜਿਹੜੇ ਇਹਨਾਂ ਸਿਆਣੇ ਨੇ। ਪਿਆਰ ਤੇ ਮੁਹੱਬਤ ਵਿੱਚ ਪੰਘਰਨਾ ਮਨ ਦਾ ਧਰਮ ਹੈ। ਪਿਆਰ ਵਿੱਚ ਮਨ ਪੰਘਰ ਜਾਂਦਾ ਹੈ, ਭਾਵ ਪਿਘਲ ਜਾਂਦਾ ਹੈ। ਹੋਣਹਾਰ ਹੁੰਦੀ ਹੈ ਤੇ ਭਲਾ ਕਰਨ ਵੇਲੇ ਦੀ ਛਿਣ ਛੇਤੀ ਛੇਤੀ ਨਹੀਂ ਹੱਥ ਆਉਂਦੀ। ਮਾਇਆ ਦਾਸੀ ਹੈ ਤੇ ਸੇਵਾ ਇਸ ਦਾ ਧਰਮ ਹੈ। ਦਿਲ ਸਾਈਂ ਨੇ ਨਰਮ ਮਾਸ ਦਾ ਬਣਾਇਆ ਹੈ, ਭਾਵ ਪਰਮਾਤਮਾ ਨੇ ਜਿਹੜਾ ਇਹ ਮਾਸ ਦਾ ਦਿਲ ਬਣਾਇਆ, ਇਹਦੇ ਵਿੱਚ ਹੱਡੀ ਚਾਂਦੀ ਸੋਨੇ ਦਾ ਨਹੀਂ ਬਣਾਇਆ। ਤੁਸੀਂ ਨਿਸ਼ਚਿੰਤ ਹੋ ਕੇ ਇਹ ਮਾਇਆ ਆਪਣੀ ਖੁਦਿਆਂ ਦੇ ਦੁੱਖ ਨੂੰ ਦੂਰ ਕਰਨ ਵਿੱਚ ਵਰਤੋ, ਭਾਵ ਆਪਣੀ ਭੁੱਖ ਮਿਟਾਉਣ ਲਈ ਇਸ ਮਾਇਆ ਨੂੰ ਤੁਸੀਂ ਵਰਤੋ। ਮਹੰਤ ਸ੍ਰੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਅਚੰਭਿਤ ਹੋ ਤੱਕਣ ਲੱਗ ਪਿਆ। ਮਸਤਕ ਤੇ ਚਮਕ ਦੇਖ ਕੇ ਹੋਰ ਤਰਬਕਿਆ। ਫਿਰ ਠਹਿਰ ਕੇ ਬੋਲਿਆ, ਅੱਛਾ ਜੀਓ, ਜੇ ਆਪ ਜੀ ਦੀ ਇਹੀ ਰਜਾਈ ਹੈ ਤਾਂ ਚਾਂਦੀ ਨੂੰ ਅਸਾਂ ਕੀ ਕਰਨਾ ਹੈ, ਭੋਜਨ ਲਿਆ ਦਿਓ। ਇਹ ਸੁਣ ਕੇ ਸ੍ਰੀ ਜੀ ਦਾਸ ਸਮੇਤ ਜਿਹੜੇ ਉਹਨਾਂ ਦੇ ਨਾਲ ਗਏ ਨੇ ਬਾਲਾ ਚੂੜਕਾਣੇ ਦੇ ਪਿੰਡ ਵਿੱਚ ਗਏ ਤੇ ਦੁੱਧ, ਘਿਓ, ਆਟਾ, ਦਾਲ, ਭਾਜੀ ਆਦਿ ਸਾਰੀ ਰਸਦ ਲੈ ਆਏ। ਆਪ ਦੇ ਗਏ ਮਗਰੋਂ ਮਹੰਤ ਅੱਖਾਂ ਮੀਟ ਕੇ ਆਪਣੇ ਅੰਦਰ ਜੁੜਨ ਵਿੱਚ ਲੱਗ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਉਸ ਨੂੰ ਮਹਾਦਿਵ ਮੂਰਤੀ ਹੋ ਦਿਸੇ। ਤੇਜ ਝੱਲਿਆ ਜਾਏ ਨਾ, ਗੁਪਤ ਪ੍ਰਗਟ ਮਹਾਂਪੁਰਖ ਉਹਨਾਂ ਦੇ ਚਰਨਾਂ ਕਮਲਾਂ ਦੇ ਪਏ ਦਿਸੇ। ਧੰਨ ਨਿਰੰਕਾਰ, ਧੰਨ ਨਿਰੰਕਾਰ ਦਾ ਆਵਾਜ਼ਾਂ ਉਹਨਾਂ ਦੇ ਲੂੰ ਵਿੱਚੋਂ ਪਿਆ ਸੁਣਾਈਵੇਂ। ਜਾਂ ਗੁਰੂ ਜੀ ਰਸਤ ਲੈ ਕੇ ਆਏ ਤਾਂ ਮਹੰਤ ਦੇ ਨੈਣ ਖੁੱਲੇ ਤੇ ਉਸ ਦੀ ਤੱਕ ਸ੍ਰੀ ਗੁਰੂ ਨਾਨਕ ਜੀ ਵੱਲ ਹੋਰਵੇਂ ਰੰਗ ਵਿੱਚ ਜਿਹੜੀ ਉਹ ਨਜ਼ਰ ਗਈ। ਨਜ਼ਰ ਹੁਣ ਉਹਨਾਂ ਪਰ ਟਿਕੇ ਨਾ ਤੇ ਤੇਜ ਦੀ ਝਲਕ ਝੱਲੀ ਨਾ ਜਾਏ, ਭਾਵ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਤਾਪ ਝੱਲਿਆ ਨਾ ਜਾਏ। ਫਿਰ ਮਹੰਤ ਨੇ ਆਖਿਆ, ਆਪ ਹੁਣ ਪਧਾਰੋ, ਸਾਧ ਰਸੋਈ ਆਪ ਪਕਾ ਖਾ ਲੈਣਗੇ। ਸ੍ਰੀ ਗੁਰੂ ਜੀ ਇਹ ਵਾਕ ਸੁਣ ਕੇ ਟੁਰ ਪਏ। ਇੱਕ ਸੰਤ ਨੇ ਮਹੰਤ ਜੀ ਤੋਂ ਪੁੱਛਿਆ ਕਿ ਇਹ ਬਾਲਕ ਬੜਾ ਸ਼ਰਧਾਵਾਨ, ਵੈਰਾਗਮਾਨ ਤੇ ਮਿੱਠਾ ਬੋਲਣ ਵਾਲਾ ਹੈ ਸੀ। ਆਪ ਨਾਲ ਕਿਤਨਾ ਪ੍ਰੇਮ ਉਸਨੇ ਕੀਤਾ, ਇਤਨੀ ਛੇਤੀ ਕਿਉਂ ਚਲੇ ਜਾਣ ਦੀ ਆਗਿਆ ਦਿੱਤੀ। ਐਸੇ ਅਧਿਕਾਰੀ ਜਨ ਹੀ ਤਾਂ ਮੁਕਤ ਦੇ ਅਧਿਕਾਰੀ ਹੋਇਆ ਕਰਦੇ ਨੇ। ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਲਿਖਿਆ ਹੈ, ਸੁਨ ਮਹੰਤ ਬੋਲਿਓ ਬਰਬਾਨੀ, ਏਕੋ ਪਰਮ ਪੁਰਖ ਸੁਖਦਾਨੀ, ਕਲਾਵਾਨ ਗਿਆਨੀ ਗੁਣ ਖਾਨੀ, ਦੁਰਿਓ ਰਹਿ ਗਤ ਪਰਹਿ ਨ ਜਾਨੀ, ਭਇਓ ਅਸੈ ਮੁਝ ਤੇਜ ਪ੍ਰਭਾਉ, ਜਾਂਤੇ ਦੀਨੀ ਜਾਣ ਰਜਾਉ। ਇਹ ਇਹ ਕਰਤਾਰ ਪਠਿਓ ਹਮ ਜਾਨਾ, ਕਿਦੋਂ ਸਰੀਰ ਧਾਰ ਕਰਤਾਰਾ, ਆਨ ਲੀਨ ਸੁਧ ਦੀਨ ਆਹਾਰਾ। ਕਹਿ ਮਹੰਤ ਹਮ ਚਿਤ ਨਿਰਧਾਰਾ, ਆਇਓ ਆਪ ਕੀ ਕਰਤਾਰਾ, ਸਿੱਖਿਆ ਲੈ ਉਚਿਤ ਥੋ ਤਾਹੂ, ਸੇਵ ਕਰਾਵਣ ਜੋਗ ਨ ਆਹੂ, ਜਾਂ ਤੇ ਦੀਨ ਬਿਦਾ ਬਿਨ ਦੇਰਾ, ਸਹਿਓ ਨ ਜਾ ਤੇਜ ਇਹ ਤਿਨ ਕੇਰਾ। ਉਸ ਵਿਸ਼ਵੰਬਰ ਵਾਹਿਗੁਰੂ ਜੀ ਅੰਸ਼ ਉਸ ਪਾਲਣਹਾਰ ਕਰਤਾਰ ਦੇ ਸਰੂਪ ਹਾਂ। ਫਿਰ ਧਿਆਨ ਨਾਲ ਸੁਣਨਾ, ਉਸ ਵਿਸ਼ਵੰਬਰ ਵਾਹਿਗੁਰੂ ਦੀ ਅੰਸ਼ ਉਸ ਪਾਲਣਹਾਰ ਕਰਤਾਰ ਦੇ ਸਰੂਪ ਹਾਂ। ਉਸ ਦਾਤੇ ਦੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪਾਲਣਹਾਰ ਬਿਰਦ ਨੂੰ ਸੰਭਾਲਦੇ ਸੰਤਾਂ ਤੋਂ ਵਿਦਾ ਹੋਏ ਤੇ ਸੰਤ ਮਹੰਤ ਇਸ ਸ਼ਰਧਾ ਦੇ ਭਾਵ ਨਾਲ ਭਰੇ ਭੋਜਨ ਰਿੰਨਣ ਪਕਾਉਣ ਤੇ ਖਾਣ ਦੇ ਆਹਾਰ ਵਿੱਚ ਲੱਗ ਗਏ। ਭਾਵ ਉਹ ਨਿਰੰਕਾਰੀ ਜੋਤ ਗੁਰੂ ਨਾਨਕ ਪਾਤਸ਼ਾਹ ਜੀ ਇਹਨਾਂ ਨੂੰ ਭੋਜਨ ਛਕਾ ਕੇ, ਭਾਵ ਇਹਨਾਂ ਨੂੰ ਭੋਜਨ ਜਿਹੜਾ ਸੀ, ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਭੋਜਨ ਆਪ ਤਿਆਰ ਕਰਵਾ ਕੇ ਛਕਾ ਕੇ ਗਏ ਨੇ। ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਭੋਜਨ ਦੀ ਰਸਦ ਦੇ ਕੇ ਚਲੇ ਜਾਂਦੇ ਹਨ। ਹੁਣ ਚੂੜਕਾਣੇ ਤੋਂ ਪਿੱਛੇ ਮੁੜੇ ਸ੍ਰੀ ਗੁਰੂ ਜੀ ਨੇ ਨਾਲ ਮੁੜਿਆ ਦਾਸ, ਦੋਵੇਂ ਸਹਿਜੇ ਸਹਿਜੇ ਜਾ ਰਹੇ ਹਨ। ਦੋਵੇਂ ਜਾਣੇ ਕਿਤਨਾ ਚਿਰ ਤਾਂ ਸ੍ਰੀ ਗੁਰੂ ਜੀ ਆਪਣੇ ਕਿਸੇ ਰੰਗ ਵਿੱਚ 7 ਦਿਨਾਂ ਦੇ ਭੁੱਖਿਆਂ ਨੂੰ ਅੰਨ ਦੇਣ ਤੋਂ ਉਪਜੇ ਚਾਉ ਵਿੱਚ ਤੁਰੀ ਗਏ। ਪਰ ਜਦ ਅੱਧਾ ਕੁ ਪੰਧ ਲੰਘ ਗਏ ਤਾਂ ਇਸ ਮਨੁੱਖਾ ਦੇਹੀ ਦਾ ਧਰਮ ਜਾਗਿਆ ਤੇ ਸੋਚ ਫਰੀ, ਅਸੀਂ ਕਿੱਧਰ ਜਾ ਰਹੇ ਹਾਂ? ਘਰ ਜਾ ਰਹੇ ਹਾਂ ਤੇ ਕਿਹੜੇ ਘਰ ਜਾ ਰਹੇ ਹਾਂ?
ਜਿਸ ਘਰ ਨੇ ਵਪਾਰ ਕਰਨ ਤੋਰਿਆ ਸੀ ਤੇ ਰੁਪਈਏ ਵਾਧੇ ਲਈ ਦਿੱਤੇ ਸਨ ਤੇ ਉਹ ਭੁੱਖ ਹਰਨ ਉੱਤੇ ਹੀ ਖਰਚ ਹੋ ਗਏ। ਹੁਣ ਨਾ ਪਾਸ ਮੂਲ ਹੈ ਨਾ ਨਫਾ, ਖੱਟੀ ਘਰਦਿਆਂ ਨੂੰ ਕੀ ਮੂੰਹ ਦਿਖਾਵਾਂਗੇ। ਦਾਸ ਨੂੰ ਕਹਿਣ ਲੱਗੇ, ਘਰਦਿਆਂ ਨੂੰ ਕੀ ਕਹਾਂਗੇ, ਪਿਤਾ ਜੀ ਗੁੱਸੇ ਹੋਣਗੇ। ਉਹਨਾਂ ਨੇ ਕਦੇ ਮੰਨਣਾ ਹੈ ਕਿ ਅਸਾਂ ਨੇ ਸੱਚ ਮੁੱਚ ਖਰਾ ਸੌਦਾ ਕੀਤਾ ਹੈ। ਦਾਸ ਨੂੰ ਇਹ ਸੁਣ ਕੇ, ਜੋ ਅੱਗੇ ਹੀ ਮਹਿਤਾ ਕਾਲੂ ਤੋਂ ਡਰ ਰਿਹਾ ਸੀ, ਹੋਰ ਤਰਾਸ ਆਇਆ ਤੇ ਆਖਣ ਲੱਗਾ, ਸ੍ਰੀ ਜੀ ਭਾਵ ਗੁਰੂ ਸਾਹਿਬ ਜੀ, ਮੇਰਾ ਦੋਸ਼ ਕੁਛ ਨਹੀਂ। ਜਦ ਤੁਸੀਂ ਦੇਣ ਲੱਗੇ ਸੋ ਮੈਂ ਸੈਂਤ ਨਾਲ ਹੋੜਿਆ ਸੀ। ਜਦ ਪਿੰਡ ਰਸਤ ਲੈਣ ਗਏ ਮੈਂ ਮਨੇ ਕੀਤਾ ਸੀ। ਫਿਰ ਮੈਂ ਆਪ ਜੀ ਆਗਿਆ ਵਿੱਚ ਹਾਂ, ਜੋ ਹੁਕਮ ਸੀ ਸੋ ਕਰਨਾ ਸੀ। ਹੁਣ ਆਪ ਚਿੰਤਾ ਕਿਉਂ ਕਰਦੇ ਹੋ? ਜੋ ਆਏਗੀ ਝੱਲ ਲੈਣੀ, ਪਰ ਮੈਂ ਟਹਿਲ ਵਾਲਾ ਹਾਂ, ਮੈਨੂੰ ਬਚਾ ਲੈਣਾ। ਮੇਰੇ ਸਿਰ ਬਰਾ ਨਾ ਆਵੇ ਕਿ ਮੈਂ ਰੁਪਈਏ ਖਰਾਬ ਕਰਵਾਏ ਹਨ। ਇਹ ਸੁਣ ਕੇ ਗੁਰੂ ਜੀ ਚੁੱਪ ਹੋ ਗਏ। ਇਸ ਵੇਲੇ ਜਗਤ ਦਾ ਰੱਖਿਅਕ ਆਪਣੇ ਕੌਤਕ ਹਾਰ ਚੋਜ ਵਿੱਚ ਚਿੰਤਾ ਤੁਰ ਹੈ। ਹਾਏ ਇਹ ਕਠੋਰ ਜਗਤ 20 ਰੁਪਈਏ ਅੱਗੇ ਧਰ ਕੇ ਜਗਤਨਾਥ ਦੀ ਚਿੰਤਾ ਨਹੀਂ ਹਾਰ ਸਕਦਾ। 20 ਰੁਪਈਏ ਜੋ ਕੈਸੇ ਸ਼ੁਭ ਥਾਵੇਂ ਖਰਚ ਹੋਏ ਹਨ। ਹਾਂ, ਸ਼ੁਭ ਕਰਮ ਤੇ ਮਾਇਆ ਲਾ ਕੇ ਮਾਤਾ ਪਿਤਾ ਦਾ ਇੱਕੋ ਇੱਕ ਪੁੱਤਰ ਉਹਨਾਂ ਦੀ ਖਪਣੀ ਦੇ ਭੈ ਤੋਂ ਡਰ ਰਿਹਾ ਹੈ। ਐਸਾ ਹੈ ਇਸ ਜਗਤ ਦਾ ਮਨ। ਹੌਲੀ ਹੌਲੀ ਤੁਰਦਿਆਂ ਤਲਵੰਡੀ ਆ ਗਏ। ਬਾਲਾ ਤਾਂ ਵਿਦਾ ਹੋ ਕੇ ਸਿੱਧਾ ਆਪਣੇ ਘਰ ਚਲਾ ਗਿਆ ਤੇ ਸ੍ਰੀ ਗੁਰੂ ਜੀ ਦਾ ਉਹ ਸ੍ਰਿਸ਼ਟੀ ਦੇ ਸਿਰਜਣਹਾਰ ਦੇ ਘੱਲੇ ਹੋਏ ਮਹਾਂਪੁਰਖ ਦਾ ਹੀਆ ਨਾ ਪਵੇ ਕਿ ਘਰ ਜਾਵਾਂ। ਸੋ ਨਗਰੋਂ ਬਾਹਰ ਇੱਕ ਸੁੱਕੇ ਤਾਲ ਤੇ ਬਹਿ ਗਏ। ਇੱਕ ਥੜੇ ਪੁਰਾਣੇ ਛਾਇਆਦਾਰ ਵਾਣ ਦੀ ਓਟ ਵਿੱਚ ਲੁਕ ਰਹੇ। ਇੱਕ ਟਿਕਾਣਾ ਗੁਰੂ ਬਾਬੇ ਦੇ ਇਸ ਵੇਲੇ ਦੇ ਆਰਾਮ ਦਾ ਹੁਣ ਤੱਕ ਹੈ। ਇਸ ਨੂੰ ਤੰਬੂ ਸਾਹਿਬ ਆਖਦੇ ਹਨ, ਜਿੱਥੇ ਇਹ ਟਿਕਾਣਾ ਹੈ, ਜਿੱਥੇ ਗੁਰੂ ਸਾਹਿਬ ਜੀ ਆਣ ਕੇ ਬੈਠੇ ਨੇ ਤਲਵੰਡੀ ਤੋਂ ਬਾਅਦ। ਖੈਰ, ਭਾਈ ਸਾਹਿਬ ਲਿਖਦੇ ਨੇ, ਹਾਏ ਥੱਕੇ ਹੋਏ ਹਨ, ਫਿਕਰ ਹੈ, ਹਾਂ ਆਰਾਮ ਆਦਰ ਤੇ ਤੋਸ਼ੇ ਦਾ ਵੇਲਾ ਹੈ, ਪਰ ਪੈ ਰਿਹਾ ਹੈ ਪਿਤਾ ਜੀ ਖਪਣੀ ਦਾ ਖਿਆਲ, ਭਾਵ ਡਰ ਹੈ ਕਿ ਪਿਤਾ ਜੀ ਕਿਤੇ ਝਿੜਕਣ ਨਾ, ਪਿਤਾ ਜੀ ਕਿਤੇ ਮਾਰਨ ਨਾ। ਸੋ ਉੱਥੇ ਬੈਠੇ ਧਿਆਨ ਲੀਨ ਹੋ ਗਏ। ਰਾਤ ਬੀਤ ਗਈ। ਅਗਲੇ ਦਿਨ ਬਾਲੇ ਦੇ ਘਰ ਅੱਪੜਨ ਦੀ ਖਬਰ ਕਾਲੂ ਦੇ ਕੰਨਾਂ ਤੱਕ ਅੱਪੜ ਗਈ। ਚਿੰਤਾ ਪੈ ਗਈ ਕਿ ਮੇਰਾ ਪੁੱਤ ਨਾਨਕ ਕਿੱਧਰ ਗਿਆ। ਦਾਸ ਕਿਉਂ ਮੇਰੇ ਪਾਸ ਨਹੀਂ ਆਇਆ? ਨਾਨਕ ਨਾਲ ਕਿਉਂ ਨਹੀਂ ਆਇਆ? ਕੋਈ ਚੋਰ ਪੈ ਗਏ? ਨਾਨਕ ਕਿਤੇ ਰੁੱਸ ਗਿਆ ਕਿ ਗਵਾਚ ਗਿਆ? 1000 ਚਿੰਤਾ ਸਨ ਜੋ ਕਾਲੂ ਨੂੰ ਇੱਕਦਮ ਆ ਪਈਆਂ। ਛੇਤੀ ਨਾਲ ਬਾਲੇ ਨੂੰ ਸਦਵਾਇਆ ਅਤੇ ਸਾਰਾ ਹਾਲ ਪੁੱਛਿਆ। ਉਸਨੇ ਸਾਰੀ ਗੱਲ ਖੋਲ ਕੇ ਸੁਣਾ ਦਿੱਤੀ ਤੇ ਆਪਣੇ ਕ੍ਰੋਧ ਪੈਣ ਨੂੰ ਬਚਣ ਵਾਸਤੇ ਇਹ ਵੀ ਕਹਿ ਦਿੱਤਾ ਕਿ ਮੈਂ ਵਰਜ ਰਿਹਾ ਸੀ ਤੇ ਆਖਰ ਮੈਂ ਤਾਂ ਟਹਿਲ ਵਾਲਾ ਸੀ। ਮੈਂ ਮੱਲੋ ਮੱਲੀ ਤਾਂ ਨਹੀਂ ਸਾਂ ਹੋੜ ਸਕਦਾ। ਸੋ ਜੋ ਉਹਨਾਂ ਦੀ ਮਰਜ਼ੀ ਆਈ ਉਹਨਾਂ ਨੇ ਕਰ ਦਿੱਤਾ। ਕਰਨ ਤੋਂ ਮਗਰੋਂ ਉਹਨਾਂ ਨੂੰ ਵੀ ਆਪ ਦੇ ਗੁੱਸੇ ਦਾ ਫਿਕਰ ਪੈ ਗਿਆ ਸੀ। ਇਸੇ ਕਰਕੇ ਘਰ ਨਹੀਂ ਆਏ, ਬਾਹਰ ਸੁੱਕੇ ਤਾਲ ਤੇ ਬਹਿ ਗਏ ਸਨ। ਇਹ ਸੁਣ ਕੇ ਮਹਿਤਾ ਜੀ ਨੇ ਕ੍ਰੋਧ ਦੀ ਜਵਾਲਾ ਭੜਕ ਉੱਠੀ। ਕਿਉਂ ਨਾ ਭੜਕੇ? ਹੇ ਜਗਤ, ਤੇਰੇ ਵਿੱਚ ਉੱਚੇ ਮਨ ਵਾਲਿਆਂ ਦੀ ਥਾਂ ਨਹੀਂ, ਉੱਚੇ ਵਲਵਲਿਆਂ ਵਾਲਿਆਂ ਦੀ ਕਦਰ ਨਹੀਂ। ਹਾਏ ਵਿਹਾਰ ਦ੍ਰਿਸ਼ਟੀ ਜੋ ਹੇ ਜਗਤ ਤੈਨੂੰ ਕਦੇ ਉੱਚਿਆ ਨਹੀਂ ਤੱਕਣ ਦਿੰਦੀ। ਸਾਰਾ ਜਗਤ ਬਣ ਕੇ ਬ੍ਰਿਤੀ ਵਿੱਚ ਹੈ। ਮਾਇਆ ਤੇ ਮਾਇਆ ਦੇ ਸੁੱਖ ਆਪਣੇ ਲਈ, ਸੁੱਖ ਦੇਣ ਵਿੱਚ ਸੁੱਖ ਨਹੀਂ ਦਿਸਦਾ। ਹਾਂ, ਕਿਸੇ ਨੂੰ ਉੱਚੇ ਜੀਵਨ ਦੀ ਸੋਝੀ ਨਹੀਂ, ਉੱਚੇ ਰੰਗ ਰਸਮ ਦੀ ਜਾਗ ਨਹੀਂ। ਜਿਨ੍ਹਾਂ ਨੂੰ ਹੋਵੇ ਉਹਨਾਂ ਦਾ ਜਗਤ ਵੈਰੀ। ਬਾਲੇ ਨੂੰ ਨਾਲ ਲੈ ਕੇ ਸ੍ਰੀ ਕਾਲੂ ਜੀ ਨੇ, ਭਾਵ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਨੂੰ ਲੱਭਣ ਦੀ ਧਾਈ ਕੀਤੀ। ਜਿਸ ਰੰਗ ਤੇ ਜਿਸ ਕ੍ਰੋਧ ਵਿੱਚ ਕਾਲੂ ਟੁਰਿਆ, ਉਸਦੀ ਜਾਣੂ ਉਹਨਾਂ ਦੀ ਸੁਪਤਨੀ ਸ੍ਰੀ ਤ੍ਰਿਪਤਾ ਜੀ ਸਭ ਤੋਂ ਵੱਧ ਹੈ ਸੀ। ਹਾਂ, ਮਾਤਾ ਤ੍ਰਿਪਤਾ ਪੁੱਤਰ ਦੇ ਇਸ ਨਵੇਂ ਦੋਸ਼ ਤੋਂ ਵੀ ਪਿਤਾ ਹੀ ਵਾਂਗੂ ਗਿਰਜ, ਭਾਵ ਗੁੱਸੇ ਵਿੱਚ ਸੀ ਕਿ ਪੁੱਤਰ ਨੇ ਕੀਤਾ ਕੀ। ਪਰ ਮਾਂ ਦਾ ਦਿਲ ਆਖਰ ਤਾਂ ਮਾਂ ਦਾ ਦਿਲ ਹੈ। ਉਸਦੇ ਕਲੇਜੇ ਨੇ ਦਲਗੀਰੀ ਦੇ ਨਾਲ ਇਹ ਖੁਣਸ ਵੀ ਖਾਧੀ ਕਿ ਅੱਜ ਮੇਰੇ ਬੱਚੇ ਦੀ ਸੁੱਖ ਨਹੀਂ। ਉਹ ਮਾਂ ਹਿਰਦੇ ਵਾਲੀ ਮਾਂ ਦਰਵੀ ਗਈ ਤੇ ਛੇਤੀ ਨਾਲ ਧੀ ਨੂੰ ਬੋਲੀ, ਜਾ ਨੀ ਬੱਚੀਏ, ਪਿਓ ਦੇ ਮਗਰੇ ਮਗਰ ਜਾ ਧੀਏ, ਤੇ ਵੀਰ ਦੀ ਰੱਖਿਆ ਕਰ।
ਪਿਓ ਦੇ ਕ੍ਰੋਧ ਤੋਂ ਆਪਣੇ ਪਿਆਰੇ ਵੀਰ ਨੂੰ ਬਚਾ। ਇੱਕ ਇਸ ਵੇਲੇ ਤੂੰ ਹੀ ਹੈ ਜੋ ਆਪਣੇ ਪਿਤਾ ਤੇ ਭੜਕੇ ਕ੍ਰੋਧ ਨੂੰ ਠੱਲ ਪਾ ਸਕੇ। ਮਾਂ ਵਾਰੀ ਭੱਜ ਕੇ ਜਾ। ਕਮਲੀ ਹੋਈ ਮਾਂ ਧੀ ਨੂੰ ਦੌੜਾ ਕੇ ਭਾਵ ਉਹਦੇ ਮਗਰ ਤੋਰ ਕੇ ਗੁਰੂ ਨਾਨਕ ਪਾਤਸ਼ਾਹ ਜੀ ਜਿੱਧਰ ਬੈਠੇ ਨੇ ਪਛਤਾਈ ਕਿ ਧੀ ਨੂੰ ਘਰੋਂ ਕੱਲੀ ਕਿਉਂ ਤੋਰ ਬੈਠੀ ਹਾਂ। ਫਿਰ ਦੌਲਤਾਂ ਟਹਿਲਣ ਨੂੰ ਮਗਰੇ ਭਜਾਇਆ। ਫਿਰ ਘਬਰਾਈ ਨੇ ਇੱਕ ਹੋਰ ਟਹਿਲ ਵਾਲਾ ਮਗਰ ਦੌੜਾਇਆ। ਜਾਓ ਵੀ ਛੇਤੀ, ਕਾਕੀ ਦੇ ਨਾਲ ਹੋ ਜਾਓ। ਉਧਰ ਕਾਲੂ ਜੀ, ਉਹ ਕਾਲੂ ਜੀ ਜੋ ਸੁਪਨੇ ਵਿੱਚ ਤੱਕ ਚੁੱਕੇ ਹਨ ਕਿ ਪੁੱਤ ਮੇਰੀ ਆਪਣੀ ਮੰਗਦੀ ਆਪਣੀ ਤਪੱਸਿਆ ਦੇ ਬਦਲੇ ਮੰਗੇ ਵਰਦਾਨ ਦੀ ਪੂਰਨਤਾਈ ਵਿੱਚ ਆਇਆ ਹੈ। ਉਹ ਕਾਲੂ ਜੀ ਜੋ ਇੱਕੋ ਪੁੱਤ ਦੇ ਪਿਤਾ ਹਨ ਤੇ ਉਹ ਉਸ ਨੂੰ ਸੁਖੀ ਵੇਖਣਾ ਲੋਚਦੇ ਹਨ, ਅੱਜ ਕ੍ਰੋਧ ਵਿੱਚ ਭਰੇ ਚਲੇ ਜਾ ਰਹੇ ਹਨ। ਜਾਂਦੇ ਜਾਂਦੇ ਜਾ ਤਾਲ ਤੇ ਬੈਠੇ ਉੱਥੇ ਕੀ ਦੇਖਿਆ? ਸਾਹਮਣੇ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਹਨ। ਬ੍ਰਿਸ਼ ਦੀ ਛਾਵੇਂ ਉਹ ਜਗਤ ਦਾ ਨੂਰ ਅੱਖਾਂ ਮੀਟੀ ਸਾਈਂ ਦੇ ਰੰਗ ਰੱਤਾ ਬੈਠਾ ਸੀ। ਚਿਹਰਾ ਲਾਲ ਗੁਲਾਲ, ਮੱਥਾ ਦਮਕੇ, ਪਰ ਆ ਤੇ ਜਗਤ, ਹੇ ਜਗਤ ਤੂੰ ਕਾਲੂ ਹੋ ਕੇ ਆਇਆ ਹੈ। ਆ ਕ੍ਰੋਧ ਨਾਲ ਬਾਹੋਂ ਧੂ ਖੜਾ ਕੀਤਾ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਿਤਾ ਨੇ ਧੂ ਕੇ ਜਿਹੜਾ ਵਾ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਖਿਲਾ ਲਿਆ। ਅੱਗੇ ਆਖਦੇ ਨੇ ਨਿਜ ਨਾ ਹੋਇਆ, ਹੁਣ ਸਮਾਧੀਆਂ ਲਾਈ ਬੈਠਾ ਹੈ। ਉਜਾੜੂਆ ਕਿੱਥੇ ਨੀ ਰੁਪਈਏ, ਦੱਸ ਕਿੱਥੇ ਹੀ ਵਪਾਰ, ਕਿੱਥੇ ਤੇਰੇ ਸਾਧ ਦੇ ਬਚਨ। ਜੀ ਜਿਵੇਂ ਕਹਿ ਸੋ ਕਰਸਾਂ ਹੈ, ਹੁਣ ਬੋਲਦਾ ਨਹੀਂ। ਪਿਤਾ ਬਾਂਹ ਬੇਰਹਿਮੀ ਨਾਲ ਧਰੂੰਦਾ ਹੈ। ਸ੍ਰੀ ਜੀ ਸਿਰ ਨੀਵਾਂ ਪਾਈ ਤੱਕਦੇ ਨਹੀਂ। ਕ੍ਰੋਧ ਦੀ ਜਵਾਲਾ ਹੋਰ ਭੜਕਦੀ ਹੈ। ਕਾਲੂ ਜੀ ਦੀ ਸੱਜੀ ਬਾਂਹ ਉਲਰਦੀ ਹੈ ਤੇ ਜ਼ੋਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੱਬੀ ਜਲਾਲ ਵਾਲੀ ਖੱਬੀ ਗੱਲ ਤੇ ਚਪੇੜ ਵੱਜਦੀ ਹੈ। ਫਿਰ ਕਾਲੂ ਦਾ ਨਹੀਂ, ਇਹ ਜਗਤ, ਇਹ ਕਠੋਰ ਬਹਿਰਾਮ ਜਗਤ, ਹਾਂ ਤੇਰਾ ਖੱਬਾ ਹੱਥ ਉਲਰਦਾ ਹੈ ਤੇ ਜ਼ੋਰ ਨਾਲ ਭਰ ਕੇ ਸੱਜੀ ਗੱਲ ਤੇ ਚਪੇੜ ਪੈਂਦੀ ਹੈ। ਜਿਉਂ ਕਾਲੂ ਇੱਕ ਚਪੇੜ ਮਾਰਦਾ ਹੈ, ਦੂਸਰੀ ਮਾਰਨ ਲਈ ਉਸਦਾ ਕ੍ਰੋਧ ਤੇ ਜ਼ੋਰ ਹੋਰ ਵੱਧਦਾ ਹੈ। ਜਗਤ ਦਾ ਚਾਨਣ ਚੁੱਪ ਖੜਾ ਮਾਰ ਖਾ ਰਿਹਾ ਹੈ। ਨੈਣਾ ਤੋਂ ਨਿੱਕਾ ਨਿੱਕਾ ਟੇਪਾ ਨੀਰ ਦਾ ਕਿਰਦਾ ਹੈ, ਪਰ ਬੁੱਲਾਂ ਤੇ ਚੁੱਪ ਹੈ ਅਰ ਸਰੀਰ ਅਡੋਲ ਖੜਾ ਹੈ। ਇਸ ਮੂਰਤੀ ਵੱਲ ਤੱਕਣਾ ਕੁਮਾਰ ਅਵਸਥਾ, ਕੋਮਲ ਲਾਡਲਾ ਸਰੀਰ, ਅੰਦਰ ਰੂਬੀ ਨੂਰ, ਅਰਸ਼ ਪੁਰਸ਼ ਦੀ ਜੋਤ, ਉਹ ਜਗਤ ਦੀ ਭੁੱਖ ਦਾ ਦੁੱਖ ਦੂਰ ਕਰਨ ਦੇ ਅਪਰਾਧ ਵਿੱਚ ਦੋਸ਼ੀ ਹੋਇਆ ਖੜਾ ਹੈ। ਭਾਵ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਦੁੱਖ ਨੂੰ ਦੂਰ ਕਰਨ ਵਾਲੇ ਨੇ, ਜਿਹੜੇ ਦੁੱਖ ਨੂੰ ਮਿਟਣ ਵਾਲੇ ਨੇ, ਉਹ ਅੱਜ ਆਪ ਦੁੱਖ ਦੀ ਉਲਝਣ ਵਿੱਚ ਫਸ ਕੇ ਭਾਵ ਪਿਤਾ ਮਹਿਤਾ ਕਾਲੂ ਜੀ ਦੇ ਕ੍ਰੋਧ ਨੂੰ ਸਹਾਰਨ ਲੱਗੇ ਹੋਏ ਹਨ। ਇਸ ਮੂਰਤੀ ਵੱਲ ਤੱਕਣਾ ਕੁਮਾਰ ਅਵਸਥਾ, ਕੋਮਲ ਲਾਡਲਾ ਸਰੀਰ, ਅੰਦਰ ਰੱਬੀ ਨੂਰ, ਅਰਸ਼ ਕੁਸ਼ ਦੀ ਜੋਤ, ਉਹ ਜਗਤ ਦੀ ਭੁੱਖ ਦਾ ਦੁੱਖ ਦੂਰ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਖੜੇ ਨੇ। ਨੈਣਾਂ ਵਿੱਚ ਨਿੱਕੇ ਨਿੱਕੇ ਮੋਤੀ ਹੰਝੂਆਂ ਦੇ ਘਿਰ ਰਹੇ ਨੇ। ਕਿਵੇਂ ਚਪੇੜ ਤੇ ਚਪੇੜ ਪੈ ਰਹੀ ਹੈ, ਕਿਵੇਂ ਇੱਕ ਹੱਥ ਸੱਜੇ ਫਿਰ ਖੱਬੇ ਉਲਰ ਉਲਰ ਕੇ ਪੈਂਦਾ ਹੈ। ਹਾਂ ਜਗਤ, ਹਾਂ ਕਾਲੂ, ਅੱਜ ਜੇ ਤੂੰ ਆਖੇ ਕਿ ਮੇਰੇ 1 ਰੁਪਈਏ ਦੀ ਥਾਂ ਲੱਖ ਲੱਖ ਭਰ ਕੇ ਦਿਓ, ਤਾਂ ਇਸ ਬਾਲਕੇ, ਇਸ ਦੋਸ਼ੀ ਦੇ ਅਪਰਾਧੀ ਕਰਕੇ ਖੜੇ ਕੀਤੇ ਨਾਨਕ ਦੀ ਸਿੱਖੀ ਤੇ ਪੰਥ ਅੱਗੇ ਧਰ ਕੇ ਆਖੇ, ਹੇ ਕਾਲੂ, ਆ ਲੈ 20 ਦੀ ਥਾਂ 20 ਲੱਖ ਤੇ ਸਾਡੀ ਅਰਸ਼ੀ ਨੂਰ ਵੱਲ ਕਹਿਰੀ ਅੱਖਾਂ ਨਾ ਤੱਕ। ਪਰ ਹਾਏ ਬਾਬਾ ਕਾਲੂ, ਅੱਜ ਤੈਨੂੰ ਨਹੀਂ ਦਿਸ ਰਿਹਾ ਕਿ ਤੂੰ ਜਿਸ ਪਰ ਵਿੱਚ, ਜਿਸ ਕਰਕੇ ਤੂੰ ਰਿਸ ਰਿਹਾ ਹੈ, ਗੁੱਸਾ ਕਰ ਰਿਹਾ ਹੈ, ਹਾਂ ਤੂੰ ਹੈ ਅੱਜ ਤੋਂ 10-20 ਵਰੇ ਮਗਰੋਂ ਇਸ ਵੇਲੇ ਤੇਰੇ ਮਨੇ ਅਪਰਾਧੀ ਦੇ ਹੱਥੋਂ ਆਪਣੀ ਕਲਿਆਣ ਮੰਗਣੀ ਹੈ। ਇਸੇ ਤੇਰਾ ਪਾਰ ਉਤਾਰਾ ਕਰਨਾ ਹੈ। ਪਰ ਹਾਏ ਮਾਇਆ ਦਾ ਠੱਗਿਆ ਹੋਇਆ, ਕਠੋਰਤਾ ਨਾਲ ਭਰਿਆ ਹੋਇਆ
ਮਹਿਤਾ ਕਲਿਆਣ ਦਾਸ ਇੱਕ ਰੱਤਾ ਭਰ ਵੀ ਤਰਸ ਨਹੀਂ ਕਰਦਾ ਤੇ ਚਪੇੜਾ ਮਾਰ ਰਿਹਾ ਹੈ। ਪਤਾ ਨਹੀਂ ਕਦੋਂ ਇਹਦੀ ਅੱਖ ਖੁੱਲਣੀ ਹੈ, ਕਦੋਂ ਇਹਨੇ ਨਾਨਕ ਨੂੰ ਪਛਾਣਨਾ ਹੈ। ਪਤਾ ਵੀ ਹੈ ਪਿਛਲੇ ਸੁਪਨੇ ਵਿੱਚ ਵੀ ਇਹਨੂੰ ਦਿਸਿਆ ਹੈ, ਪਰ ਫਿਰ ਵੀ ਇਹ ਕਮਲਾ ਹੋਇਆ ਮਾਇਆ ਦੇ ਮੋਹ ਵਿੱਚ ਵੱਜਾ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਿਹੜਾ ਵਾ ਉਹ ਕੁੱਟ ਰਿਹਾ ਹੈ, ਚਪੇੜਾ ਮਾਰ ਰਿਹਾ ਹੈ। ਕਿਉਂਕਿ ਇਹ ਕਠੋਰ ਚਿੱਤ ਹੈ। 20 ਰੁਪਏ ਬਦਲੇ ਅੱਜ ਜੋ ਸਾਰੇ ਜਗਤ ਵਿੱਚ ਸੁਲਹ ਦਾ ਪੈਗੰਬਰ, ਪਿਆਰ ਦਾ ਦੇਵਤਾ ਤੇ ਰੱਬੀ ਨੂਰ ਮੰਨਿਆ ਗਿਆ, 20 ਰੁਪਏ ਬਦਲੇ ਚਪੇੜਿਆ ਭਾਵ ਚਪੇੜਾਂ ਖਾ ਰਿਹਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸੋਹਤ ਪਰ ਗਏ ਨੀਲ ਕਪੋਲਾ, ਜਿਉਂ ਤਪਲਕ ਅਨਲਿਨ ਅਡੋਲਾ। ਗੱਲਾਂ ਤੇ ਨੀਲ ਪੈ ਗਏ, ਏਡੇ ਕਾਲੇ ਰੰਗ ਦੇ ਜਿਵੇਂ ਕਮਲ ਤੇ ਭੌਰ ਬੈਠੇ ਹੋਣ। ਅਜੇ ਕਾਲੂ ਬਸ ਨਹੀਂ ਕੀਤੀ, ਅਜੇ ਕਾਲੂ ਨੇ 20 ਰੁਪਇਆਂ ਦਾ ਬਦਲਾ ਨਹੀਂ ਨਿਕਲਿਆ। ਇਹ ਜਗਤ ਤੇਰੇ 20 ਰੁਪਈਏ ਕਿੱਡੇ ਮਹਿੰਗੇ ਹਨ। ਇਸ ਹਾਲਤ ਵਿੱਚ ਆਪਣੇ ਵੀਰ ਦੀ ਪਿਆਰੀ ਤੇ ਪਛਾਣ ਵਾਲੀ ਨਾਨਕੀ ਇੱਕੋ ਸਾਈ ਦੌੜਦੀ ਅੱਪੜ ਕੇ ਪਈ। ਉਸ ਤੋਂ ਪਹਿਲਾਂ ਵੀ ਕਈ ਤਮਾਸ਼ਾ ਦੇਖਣ ਵਾਲੇ ਅੱਪੜ ਪਏ, ਪਾਪ ਪਹੁੰਚ ਗਏ ਸਨ ਉੱਥੇ। ਇਸ ਕਠੋਰ ਜਗਤ, ਇਸ ਤਮਾਸ਼ਬੀਨ ਜਗਤ ਦਾ ਕੋਈ ਬੰਦਾ ਜਗਤ ਦੇ ਰੱਖਿਅਕ ਨਾਨਕ ਤੇ ਤਰਸ ਨਹੀਂ ਸੀ ਕਰ ਰਿਹਾ। ਇਨ੍ਹਾਂ ਕਠੋਰਾਂ ਦੀ ਭੀੜ ਚੀਰ ਕੇ ਨਾਨਕੀ ਅੱਗੇ ਲੱਗੀ ਤੇ ਆਉਂਦੀ ਬੋਲੀ, ਹੇ ਪਿਤਾ ਤੂੰ ਇਹਨੂੰ ਛੱਡ ਦੇ। ਇੱਕਦਮ ਧਾ ਕੇ ਪਿਤਾ ਨੂੰ ਜੱਫੀ ਪਾ ਕੇ ਪਿੱਛੇ ਧੱਕ ਲਿਆਈ। ਨਾ ਪਿਤਾ ਜੀ, ਵੀਰ ਮਾਸੂਮ ਨੂੰ ਨਾ ਮਾਰੋ। ਨਾ ਪਿਤਾ ਜੀ, ਰੱਬ ਵੀਰ ਨੂੰ ਨਾ ਮਾਰੋ। ਕਾਲੂ ਦਾ ਗੁੱਸਾ ਪਤਾ ਨਹੀਂ ਕਿੱਥੋਂ ਤੱਕ ਜਾਂਦਾ ਤੇ ਹੋਰ ਕੋਈ ਛਡਾਉਣ ਨੂੰ ਵਾਧਾ ਤਾਂ ਪਤਾ ਨਹੀਂ ਕੀ ਹੁੰਦਾ। ਪਰ ਉਸ ਦੇਵੀ ਦੀ ਠੰਡੀ ਜੱਫੀ ਨੇ, ਭਾਵ ਬੇਬੇ ਨਾਨਕੀ ਦੀ ਉਸ ਘੁੱਟ ਕੇ ਪਾਈ ਹੋਈ ਗੱਲ ਵਕੜੀ ਨੇ ਪਿਤਾ ਨੂੰ ਐਨ ਕ੍ਰੋਧ ਦੇ ਭਰੇ ਹੋਏ ਨੂੰ ਠੱਲ ਲਿਆ। ਹੁਣ ਲੋਕੀ ਵੀ ਲੱਗੇ ਕਾਲੂ ਨੂੰ ਸਮਝਾਉਣ, ਕਿਉਂ ਨਾ ਸਮਝਾਉਣ। ਉਸ ਦੇਵੀ ਨੇ ਰੌਂਜ ਬਦਲ ਦਿੱਤਾ। 4 ਆਦਮੀ ਅੱਗੇ ਹੋਏ, ਉਹਨਾਂ ਕਾਲੂ ਨੂੰ ਫੜ ਲਿਆ ਤੇ ਜੋ ਫਿਰ ਅੱਗੇ ਨਾ ਵਧੇ। ਭੈਣ ਨੇ ਹੁਣ ਪਿਤਾ ਨੂੰ ਛੱਡ ਕੇ ਵੀਰ ਨੂੰ ਜਾ ਜੱਫੀ ਪਾਈ। ਉਸ ਕਸਟ ਦੇ ਵੇਲੇ ਵੀ ਵੀਰ ਦੀ ਜੱਫੀ ਨਾਲ ਨਾਨਕੀ ਦੇ ਲੂਣ ਵਿੱਚੋਂ ਰੱਬੀ ਝਰਨਾਹਟ ਛਿੜੀ ਤੇ ਇੱਕ ਇਲਾਹੀ ਝੂਟਾ ਆ ਗਿਆ। ਨਾਨਕੀ ਸਮਝੀ ਸੀ ਕਿ ਮੈਂ ਵੇਲੇ ਸਿਰ ਅੱਪੜੀ ਹਾਂ ਤੇ ਵੀਰ ਨੂੰ ਅਜੇ ਚਪੇੜ ਨਹੀਂ ਪਈ ਤੇ ਮੈਂ ਪਿਓ ਦਾ ਉਲੜਦਾ ਹੱਥ ਰੋਕ ਰਿਹਾ ਹੈ। ਪਰ ਹੁਣ ਜਦ ਵੀਰ ਦੇ ਨੈਣ ਡੁੱਲਦੇ ਤੇ ਗੱਲਾਂ ਨੀਲੀਆਂ ਤੱਕੀਆਂ ਤਾਂ ਗੱਲ ਕਸ਼ ਖਾ ਕੇ ਡਿੱਗ ਪਈ। ਘਰ ਦੀ ਗੋਲੀ ਨੇ ਬੀਬੀ ਨੂੰ ਸੰਭਾਲਿਆ। ਹੋਸ਼ ਆਈ ਤਾਂ ਫਿਰ ਵੀਰ ਨੂੰ ਚੰਬੜ ਗਈ ਤੇ ਲੈ ਕੇ ਘਰ ਵੱਲ ਤੁਰੀ ਜਾਂਦੀ, ਪਰ ਨੈਣਾ ਤੋਂ ਨੀਰ ਜਾਰੀ ਹੈ, ਭਾਵ ਅੱਖਾਂ ਦੇ ਵਿੱਚੋਂ ਹੰਝੂ ਵਗ ਰਹੇ ਹਨ। ਟਹਿਲਣ ਤੇ ਦਾਸੀ ਨਾਲ ਜਿਹੜੀਆਂ ਟਹਿਲਣਾ ਗਈਆਂ ਸਨ ਤੇ ਦਾਸੀ ਨੂੰ ਮਾਤਾ ਤ੍ਰਿਪਤਾ ਜੀ ਨੇ ਪਿੱਛੇ ਭੇਜਿਆ ਸੀ, ਉਹ ਨਾਲ ਤੁਰੀਆਂ ਜਾ ਰਹੀਆਂ ਹਨ। ਹੋਰ 10-15 ਸਰੀਰ ਜਿਹੜੇ ਨੇ ਹੋਰ ਵੀ ਨਾਲ ਤੁਰ ਪਏ ਹਨ। ਕਾਲੂ ਨੂੰ ਸਮਝਾ ਬੁਝਾ ਰਹੇ ਹਨ, ਖੂਹ ਵੱਲ ਲਿਜਾ ਰਹੇ ਹਨ। ਉਧਰ ਬੌਲੀ ਹੋਈ ਮਾਂ ਨੂੰ ਘਰ ਚੈਨ ਨਹੀਂ ਸੀ ਆ ਰਿਹਾ। ਦਾਸੀ, ਧੀ, ਨੌਕਰ ਜੋ ਵੀ ਸਨ ਸਾਰੇ ਘੱਲ ਕੇ ਫਿਰ ਵੀ ਚੈਨ ਨਹੀਂ ਸੀ ਆ ਰਿਹਾ। ਬੇਵਸੀ ਘਰ ਖੁੱਲ੍ਹਾ ਛੱਡ ਤੁਰੀ ਆ ਰਹੀ ਹੈ। ਪਿੰਡੋਂ ਬਾਹਰ ਆ ਗਈ, ਜਦੋਂ ਅੱਗੇ ਆਈ ਅੱਗੋਂ ਪੁੱਤ ਮਿਲਿਆ। ਚੁੱਪ ਦੀ ਮੂਰਤ, ਸ਼ਾਂਤ, ਅਥਰੂ ਸੁੱਕ ਚੁੱਕੇ ਹਨ, ਪਰ ਗੱਲਾਂ ਤੇ ਨੀਲ ਵੇਖ ਕੇ ਮਾਂ ਦੀਆਂ ਖੁੱਬਾਂ ਨਿਕਲ ਗਈਆਂ। ਘੁੱਟ ਕੇ ਪੁੱਤ ਨੂੰ ਗਲ ਨਾਲ ਲਾਇਆ, ਸਿਰ ਤੇ ਹੱਥ ਫੇਰਿਆ, ਘਰ ਲੈ ਆਈ। ਮਾਂ ਵਾਰੇ ਫੇਰ ਹੁੰਦੀ ਹੈ, ਨੈਣ ਭਰਦੀ ਹੈ, ਬੁਲਾਵਾਂ ਲੈਂਦੀ ਹੈ, ਪਿਆਰ ਦਿੰਦੀ ਹੈ। ਪਰ ਹੇ ਮਾਂ, ਜੋ ਗੱਲਾਂ ਤੇ ਨੀਲ ਪੈ ਗਏ ਹਨ, ਜੋ ਪੀੜਾਂ ਉਹ ਕਮਲਾਂ ਤੋਂ ਪੂਰੀਆਂ ਗੱਲਾਂ ਪਾ ਰਹੀਆਂ ਹਨ, ਉਹ ਪੀੜਾ ਹੈ, ਉਹ ਪੀੜਾ ਅਜੇ ਹੈ। ਮਾਂ ਹੁਣ ਇਹ ਵੀ ਕਹਿ ਰਹੀ ਹੈ, ਮੇਰੇ ਲਾਲ ਜੀ, ਮਾਂ ਹੁਣ ਇਹ ਵੀ ਕਹਿ ਰਹੀ ਹੈ, ਮੇਰੇ ਲਾਲ ਜੀ, ਤੁਸੀਂ ਹੁਣ ਰੱਤੀ ਫਿਕਰ ਨਾ ਕਰੋ, ਚੁੱਪ ਕਰਕੇ ਘਰ ਬੈਠੇ ਰਹੋ। ਤੁਹਾਨੂੰ ਕੰਮ ਕਾਜ ਲਈ ਅੱਜ ਤੋਂ ਕੋਈ ਨਾ ਕਹੂਗਾ। ਤੁਸੀਂ ਹੁਣ ਹੱਸੋ, ਖੁਸ਼ ਹੋਵੋ, ਸੁਖੀ ਹੋਵੋ, ਜਿਵੇਂ ਚਾਹੇ ਰਹੋ। ਤੁਹਾਨੂੰ ਹੁਣ ਕੋਈ ਕੁਝ ਨਹੀਂ ਆਖੇਗਾ। ਇਉਂ ਮਾਂ ਸਦਕੇ ਹੁੰਦੀ ਹੈ
पर उस अर्शी रब्बी नूर दीयां गल्लां अजे नीलियां हन। उन्हां विच जगत दे दुख हरन दी पीड़ा है। हाँ, नैण अजे जगत नूं सुखी करन लई सेजल हन। उधर किसी ने राय बलार नूं जसदा भेजिया कि अज नानक नूं मार पई है। जो गल्लां नीलियां कालियां हो रहीआं हन ते इह मार अपने प्यो ने मारी है। हुण इत्थे ध्यान देना, गुरु नानक पातशाह जी पिछले इतिहास 'ਚ ਅਸੀਂ पढ़ आए हैं कि किस तरह राय बलार ने गुरु नानक पातशाह जी का अखीं कौतक ਜਿਹੜੇ ਸਨ ਉਹ ਵੇਖੇ ਸਨ। ਰਾਏ ਬਲਾਰ ਗੁਰੂ ਨਾਨਕ ਸਾਹਿਬ ਜੀ ਦਾ ਮੁਰੀਦ ਹੈ। ਜਦੋਂ ਰਾਏ ਬਲਾਰ ਨੂੰ ਪਤਾ ਚੱਲਦਾ ਹੈ ਇਹ ਸਾਖੀ ਹੈ, ਇੱਥੇ ਪਿਆਰ ਝਲਕਦਾ ਹੈ। ਹੁਣ ਇਹ ਪਿਆਰ ਵਿੱਚ ਬੱਝੀ ਹੋਈ ਸਾਖੀ ਜਿਹੜੀ ਅਗਲੀ ਅਸੀਂ ਇਹ ਸਰਵਣ ਕਰ ਲਏ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਿਸ ਤਰ੍ਹਾਂ ਮਾਰ ਪਈ ਹੈ ਤੇ ਕਿਸੇ ਨੇ ਜਾ ਕੇ ਰਾਏ ਬਲਾਰ ਨੂੰ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਪੇੜਾਂ ਪਈਆਂ, ਉਹਨਾਂ ਦੀਆਂ ਗੱਲਾਂ ਐਨ ਕਾਲੀਆਂ ਤੇ ਨੀਲੀਆਂ ਹੋ ਗਈਆਂ। ਇਹ ਕਿਸੇ ਨੇ ਨਹੀਂ ਮਾਰੀਆਂ, ਉਹਨਾਂ ਦੇ ਆਪਣੇ ਪਿਓ ਨੇ ਹੀ ਉਹਨਾਂ ਨੂੰ ਕੁੱਟਿਆ ਹੈ, ਉਹਨਾਂ ਨੂੰ ਝਿੜਕਿਆ ਹੈ। ਤੇ ਝਿੜਕਿਆ ਤਾਂ ਹੈ ਕਿ ਨਾਨਕ ਨੇ 20 ਰੁਪਏ ਜਿਹੜੇ ਬਾਜ਼ਾਰ ਵਿੱਚ ਸੌਦਾਗਰੀ ਕਰਨ ਵਾਸਤੇ, ਵਪਾਰ ਕਰਨ ਵਾਸਤੇ ਖੜੇ ਸਨ, ਉਹ 20 ਰੁਪਏ ਭੁੱਖਿਆਂ ਨੂੰ ਚੂੜਕਾਣੇ ਦੇ ਰਸਤੇ ਵਿੱਚ ਬੈਠੇ ਹੋਏ ਸਾਧੂਆਂ ਨੂੰ ਛਕਾ ਦਿੱਤੇ ਹਨ। ਉਹਨਾਂ ਨੂੰ ਭੋਜਨ ਖਵਾ ਦਿੱਤਾ ਹੈ। ਰਾਏ ਦਾ ਇਹ ਗੱਲ ਸੁਣ ਕੇ ਜੀ ਭਰ ਆਇਆ। ਉਸੇ ਵੇਲੇ ਕਾਲੂ ਦੇ ਘਰ ਆਦਮੀ ਟੋਰੇ, ਜੋ ਜਾਓ ਨਾਨਕ ਜੀ ਨੂੰ ਮੇਰੇ ਪਾਸ ਲੈ ਆਓ, ਮੈਂ ਅੱਖੀਂ ਵੇਖਾਂ ਤੇ ਆਪ ਸੁਣਾ ਜੋ ਕੀ ਮਾਜਰਾ ਹੈ। ਆਦਮੀ ਤਾਂ ਸ੍ਰੀ ਨਾਨਕ ਜੀ ਨੂੰ ਲੈ ਗਏ। ਰਾਏ ਜੀ ਇਸ ਵੇਲੇ ਹੁਜਰੇ ਬੈਠੇ ਸਨ ਤੇ ਇਸ ਵੇਲੇ ਸਭ ਕੋਈ ਆ ਕੇ ਮਿਲ ਸਕਦਾ ਸੀ। ਲੋਕੀ ਹੋਰ ਤੋਂ ਹੋਰ ਆਉਂਦੇ ਗਏ ਤੇ ਵੱਧ ਤੋਂ ਵੱਧ ਮਾਰ ਦੀ ਕਥਾ ਸੁਣਦੇ ਗਏ। ਤਦ ਰਾਏ ਦੇ ਮਨ ਵੀ ਗੁੱਸਾ ਭਰ ਆਇਆ। ਬੁੱਲ ਫੜਕ ਉੱਠੇ ਤੇ ਲੰਮਾ ਸਾਹ ਲੈ ਕੇ ਬੋਲਿਆ, ਮੇਰੀ ਨਗਰੀ ਬੜਾ ਉਪੱਦਰ ਹੁੰਦਾ ਹੈ। ਜੋ ਕਲਾਵਾਨ ਉੱਪਰ ਸ਼ਕਤੀ ਹੁੰਦੀ ਹੈ ਉਹ ਰਾਜਾ ਭਾਗ ਹੈ। ਜਿਸ ਦੀ ਨਗਰੀ ਕਲਾਵਾਨ ਦੀ ਕਦਰ ਨਹੀਂ ਉਹ ਰਾਜਾ ਮਹਾਂ ਦੁਰਭਾਗ ਹੈ। ਜਿਸ ਦੀ ਨਗਰੀ ਵਿੱਚ ਕਲਾਵਾਨ ਦੀ ਜ਼ੁਲਮ ਹੋਵੇ। ਇੰਨੇ ਨੂੰ ਸ੍ਰੀ ਜਗਤਨਾਥ ਜੀ ਇਸ ਖੇਡ ਵਾਲੇ ਚੋਜ ਦੇ ਵਿੱਚ ਦੀ ਨਿਕਲੇ। ਰਾਏ ਦੇ ਸੱਦੇ ਹੋਏ ਰਾਏ ਪਾਸ ਅੱਪੜ ਪਏ। ਦੇਖਦੇ ਸਾਰ ਰਾਏ ਪਲੰਘ ਤੋਂ ਉੱਠਿਆ ਤੇ ਪਿਆਰ ਵਿੱਚ ਬੇਬਲ ਹੋ ਕੇ ਜਗਤਨਾਥ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜੱਫੀ ਵਿੱਚ ਲੈ ਲਿਆ ਤੇ ਗੱਲਾਂ ਵੇਖ ਕੇ ਉਹ ਰਾਠ ਸੂਰਮਾ ਵੀ ਰੋ ਪਿਆ, ਭਾਵ ਰਾਏ ਬਲਾਰ ਵੀ ਰੋ ਪਿਆ। ਪਿਆਰ ਦੇ ਵਾਕ ਆਖਣੇ ਚਾਹੇ ਪਰ ਕੰਠ ਗਦ ਹੋ ਕੇ ਰੁਕ ਗਿਆ। ਆਪਣੀ ਛਾਤੀ ਨਾਲ ਘੁੱਟੀ ਜਾਏ ਤੇ ਰੋਈ ਜਾਏ। ਰਾਏ ਗੱਲਾਂ ਤੱਕੇ, ਪਿਆਰ ਦੇਵੇ ਤੇ ਫਿਰ ਨੈਣ ਭਰ ਆਉਣ। ਕਿੰਨਾ ਚਿਰ ਇਉਂ ਪਿਆਰ ਵਿੱਚ ਦਰਵ ਕੇ ਰਾਏ ਨੇ ਆਪਾ ਸੰਭਾਲਿਆ ਤੇ ਪਲੰਘ ਤੇ ਸਰਹੰਦੀ ਵੱਲ ਪਾਸ ਬਿਠਾ ਕੇ ਕਿਹਾ, ਇਹ ਸਾਈਂ ਦੇ ਕੱਲੇ ਛਮਾ ਕਰ, ਜੋ ਮੇਰੀ ਨਗਰੀ ਤੇਰੇ ਤੇ ਜ਼ੋਰ ਹੋਇਆ, ਭਾਵ ਤੇਰੇ ਤੇ ਜ਼ੁਲਮ ਹੋਇਆ। ਤੂੰ ਸਾਈਂ ਦਾ ਪਿਆਰਾ, ਛਮਾ ਤੇ ਪਿਆਰ ਦਾ ਸਰੂਪ ਹੈ। ਮੈਂ ਦਾਸ ਤੇ ਮਿਹਰ ਕਰ। ਫਿਰ ਸਿਰ ਤੇ ਪਿਆਰ ਦੇਵੇ ਤੇ ਪੈਰਾਂ ਵਾਲਾ ਹੱਥ ਵਧਾਵੇ। ਕਦੇ ਪਿਤਾ ਵਾਲੇ ਪਿਆਰ ਵਿੱਚ ਜਾ ਆਵੇ, ਕਦੇ ਦਾਸਾਂ ਭਾਵ ਵਿੱਚ ਭਰ ਕੇ ਭਗਤ ਵਾਂਗੂ ਚਰਨਾਂ ਤੇ ਨਜ਼ਰ ਜਮਾਵੇ। ਕਦੇ ਗੱਲਾਂ ਦੇ ਨੀਲ ਤੱਕੇ, ਕਦੇ ਉਹਨਾਂ ਦੇ ਨੈਣਾਂ ਵਿੱਚ ਸ਼ਾਂਤ ਰਸ ਦੀ ਚਮਕ ਤੱਕੇ। ਉਹ ਪਰਮੇਸ਼ਰ ਦੇ ਪਿਆਰੇ ਇੱਕੋ ਚੁੱਪ ਵਿੱਚ ਅਜੇ ਤੱਕ ਸਨ, ਭਾਵ ਗੁਰੂ ਨਾਨਕ ਪਾਤਸ਼ਾਹ ਜੀ ਐਨ ਸ਼ਾਂਤ ਚਿੱਤ ਰਾਏ ਬਲਾਰ ਦੇ ਕੋਲ ਵੀ ਐਨ ਚੁੱਪ ਬੈਠੇ ਸਨ। ਵਾਹਿਗੁਰੂ। ਉਹ ਪਰਮੇਸ਼ਰ ਦੇ ਪਿਆਰੇ ਇੱਕੋ ਚੁੱਪ ਵਿੱਚ ਅਜੇ ਤੱਕ ਸਨ। ਉਹ ਇੱਕ ਸ਼ਾਂਤ ਮੋਹਨ ਮੂਰਤੀ ਸਨ ਤੇ ਰਾਏ ਦੇਖ ਕੇ ਪ੍ਰੇਮ ਦੇ ਅਨੇਕ ਤਰੰਗਾਂ ਤੇ ਕਈ ਤਰ੍ਹਾਂ ਦੇ ਰੰਗਾਂ ਦੇ ਭਾਵਾਂ ਵਿੱਚ ਆ ਕੇ ਪਸੀਜ ਰਿਹਾ ਸੀ। ਇੰਨੇ ਨੂੰ ਰਾਏ ਦੇ ਘੱਲੇ ਆਦਮੀ ਕਾਲੂ ਨੂੰ ਵੀ ਲੈ ਆਏ। ਹੁਣ ਰਾਏ ਦਾ ਰੁੱਖ ਉਧਰ ਹੋ ਗਿਆ। ਝਾੜ ਤਾਂ ਕਾਲੂ ਨੂੰ ਖਰੀ ਕ੍ਰੋਧ ਭਰੀ ਪੈਣੀ ਸੀ, ਪਰ ਰਾਏ ਦਾ ਅੰਦਰਲਾ ਨਾਨਕ ਦੇ ਪ੍ਰੇਮ ਨਾਲ ਦਰਵਿਆ ਹੋਣ ਕਰਕੇ ਸ੍ਰੀ ਕਾਲੂ ਜੀ ਨੂੰ ਝਾੜ ਵੀ ਨਰਮ ਹੋ ਕੇ ਪਈ। ਕਾਲੂ, ਇਹ ਨਵਾਂ ਕਾਰਾ ਕੀ ਕੀਤੋ? ਰੱਬ ਦੇ ਪਿਆਰੇ ਨੂੰ ਮੇਰੀ ਨਗਰੀ ਮਾਰਿਆ। ਅਸਾਂ ਤੂੰ ਵੀ ਨਾਲ ਪਾਪੀ ਕੀਤਾ, ਸਾਨੂੰ ਵੀ ਮਤਲਬ ਪਾਪੀ ਕੀਤਾ।
कालू ओ राजा भी दंड जिस दी नगरी कलावान दुख पावे 20 ਰੁਪਈਏ असां दे घरों लै ਜਾਂਦੋ की सी 20 ਰੁਪਈਏ इस नाल तू 20 रजतपन बदले। ਹੁਣ ਇੱਕ ਕਈ ਵਾਰ ਸਵਾਲ ਕਰਦੇ ਨੇ ਵੀ 20 ਰੁਪਈਏ ਉਦੋਂ ਹੁੰਦੇ ਨਹੀਂ ਸਨ, ਅਸਲ ਵਿੱਚ ਰਜਤਪਣ ਹੁੰਦੇ ਸਨ। ਹੁਣ ਇੱਥੇ ਸ਼ਬਦ ਆ ਗਿਆ, ਇਹ ਲਾਲ ਨੂੰ 20 ਰਜਤਪਣ ਬਦਲੇ ਤੂੰ ਕੁੱਟਿਆ। ਹਾਂ ਕਾਲੂ ਤੂੰ ਖਰਾ ਕਠੋਰ ਹੋਇਆ, ਲੋਕ ਦੀ ਹੀ ਸੋਚ ਕਰ ਦੂੰ। ਇੱਕੋ ਇੱਕ ਪੁੱਤਰ ਚੰਦੋਂ ਸੋਹਣਾ, ਉਸ ਨੂੰ ਮਾਰਨਾ ਕਿ ਤੇਰਾ ਪਿਆਰ ਤੇ ਕੀ ਤੇਰਾ ਮੋਹ, ਨਾ ਉਸ ਨੂੰ ਅੱਗੇ ਦੀ ਸੋਝੀ ਨਾ ਇੱਥੇ ਦੀ। ਇਹ ਖੁਦਾਏ ਦਾ ਵਲੀ ਹੈ, ਫਿੱਕੇ ਭਾਵ ਇਹ ਖੁਦਾਏ ਦਾ ਵਲੀ ਹੈ, ਪੈਗੰਬਰ ਹੈ, ਕੌਣ ਜਾਣਦਾ ਹੈ। ਮੇਰੇ ਤੇ ਘਰ ਹੈ ਜੋ ਮੁਸਲਮਾਨ ਹਾਂ, ਨਹੀਂ ਤਾਂ ਨਾਨਕ ਨੂੰ ਅੱਜ ਤੋਂ ਪਾਸ ਰੱਖਦਾ ਤੇ ਤੈਨੂੰ ਲੂੰ ਪੱਟ ਨਾ ਇਸ ਦਾ ਕਦੇ ਵਿਖਾਉਂਦਾ। ਪਰ ਤੂੰ ਹਿੰਦੂ ਤੇ ਮੇਰੇ ਘਰ ਰੱਖਿਆ ਤੇਰੀ ਬਖਦੋਈ, ਇਸ ਕਰਕੇ ਮੈਂ ਕੋਠਾਏ ਫਾਥਾ ਹਾਂ, ਭਾਵ ਮੈਂ ਫਸਿਆ ਹਾਂ। ਤੂੰ ਇੱਕ ਹਿੰਦੂ ਹੈ, ਮੈਂ ਮੁਸਲਮਾਨ ਹਾਂ। ਜੇ ਕਿਤੇ ਮੈਂ ਹਿੰਦੂ ਹੁੰਦਾ ਤੇ ਮੈਂ ਤੇਰੇ ਪੁੱਤਰ ਨੂੰ ਆਪਣੀ ਝੋਲੀ ਪਵਾ ਲੈਣਾ ਸੀ, ਤੇ ਮੈਂ ਤੈਨੂੰ ਗੁਰੂ ਨਾਨਕ ਦਾ ਮੂੰਹ ਵੀ ਨਹੀਂ ਵਿਖਾਉਣਾ, ਕਿਉਂਕਿ ਇਹ ਇਲਾਹੀ ਦਰਬਾਰ ਦਾ ਉਸ ਅਕਾਲ ਪੁਰਖ ਦਾ ਬਖਸ਼ਿਸ਼ ਕੀਤਾ ਹੋਇਆ ਬੱਚਾ ਹੈ। ਤੂੰ ਇਹਦੇ ਤੇ ਅੱਤ ਦਾ ਜਿਹੜਾ ਕ੍ਰੋਧਿਤ ਹੋਇਆ ਹੈ ਤੇ ਤੂੰ ਇਹਨੂੰ ਬਹੁਤ ਜਿਹੜਾ ਵਾ ਉਹ ਮਾਰਿਆ ਹੈ। ਮੈਂ ਇਹ ਬਖਤੋਈ ਨਹੀਂ ਲੈਣੀ ਚਾਹੁੰਦਾ ਕਿ ਇੱਕ ਹਿੰਦੂ ਦਾ ਬੱਚਾ ਜਿਹੜਾ ਜ਼ਬਰਦਸਤੀ ਆਪਣੇ ਘਰ ਰੱਖਾਂ। ਇਹ ਕਹਿ ਕੇ ਰਾਏ ਫਿਰ ਅੱਖਾਂ ਵਿੱਚ ਪਾਣੀ ਭਰ ਆਇਆ ਰਾਏ ਬਲਾਰ ਦੇ, ਐਨ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ। ਦੇਖ ਕਾਲੂ ਨੂੰ ਜਦੋਂ ਸਾਹਮਣੇ ਅੱਖਾਂ ਵਿੱਚ ਪਾਣੀ ਆ ਗਿਆ ਤੇ ਹੋਸ਼ ਨਾਲ ਸੰਭਲ ਕੇ ਫਿਰ ਇੱਕਦਮ ਕਾਲੂ ਬੋਲਿਆ, ਰਾਏ ਜੀ ਆਪ ਵੱਡੇ ਹੋ ਤੇ ਮੈਂ ਆਪ ਦਾ ਕਾਰਦਾਰ ਹਾਂ, ਮੇਰਾ ਬੋਲਣਾ ਬਣਦਾ ਨਹੀਂ। ਪਰ ਦੇਖੋ ਨਾ ਜੀ, ਜਦ ਦੀ ਇਸ ਹੋਸ਼ ਸੰਭਾਲੀ ਹੈ ਕਿੰਨੀ ਵਾਰੀ ਘਰ ਉਜਾੜਿਆ। ਹੁਣ ਦਾ ਹਾਲ ਸੁਣੋ, ਮੈਂ ਵਣਜ ਕਰਨ ਲਈ ਘੱਲਿਆ ਸੀ, ਜਾਂਦੇ ਨੇ ਰਾਸ ਮੂੜੀ ਤੇ ਰੁਪਈਏ, ਜਿਹੜੀ ਰਾਸ ਖਰੀਦਣੀ ਸੀ ਉਹਦੇ ਰੁਪਈਏ ਫਕੀਰਾਂ ਨੂੰ ਖਿਲਾ ਦਿੱਤੇ। ਜੇ ਕਦੇ ਕੁਛ ਖੱਟ ਕਮਾ ਲਿਆਉਂਦਾ, 4 ਪੈਸੇ ਵਿੱਚੋਂ ਸਾਧਾਂ ਫਕੀਰਾਂ ਨੂੰ ਦੇ ਆਉਂਦਾ। ਮੈਂ ਕੀ ਇਹਨੂੰ ਕਹਿਣਾ ਸੀ, ਇਹ ਤਾਂ ਜਾਂਦੇ ਨਹੀਂ ਸਾਧਾਂ ਨੂੰ ਖਿਲਾ ਦਿੱਤੇ। ਮੈਨੂੰ ਲੋਕੀ ਕਹਿੰਦੇ ਹਨ ਲੋਭੀ ਹੈ, ਰੁਪਈਆਂ ਨੂੰ ਰੋਂਦਾ ਹੈ, ਪਰ ਮੈਂ ਇਸ ਨੂੰ ਖਰੇ ਸੌਦੇ ਕਰਨ ਤੋਰਿਆ ਸੀ, ਫਕੀਰਾਂ ਨੂੰ ਵੰਡਣ ਤਾਂ ਨਹੀਂ ਤੋਰਿਆ ਸੀ। ਮੈਂ ਰੋਂਦਾ ਵੀ ਹਾਂ, ਪਰ ਮੈਂ ਤਾਂ ਸਹੇ ਨੂੰ ਨਹੀਂ ਰੋਂਦਾ, ਪਹੇ ਨੂੰ ਰੋਂਦਾ ਹਾਂ। ਸਿਆਣਾ ਹੋਣ ਤੇ ਆਇਆ, ਪਰ ਇਸ ਕਾਈ ਮੱਤ ਨਾ ਸਿੱਖੀ, ਕੋਈ ਮੱਤ ਨਾ ਸਿੱਖੀ। ਉਮਰ ਕਿਵੇਂ ਲੰਘ ਜੀ, ਟੱਬਰ ਕਿਵੇਂ ਪਾਲਸੀ, ਪਰ ਕਿਵੇਂ ਟੋਰ ਸੀ। ਸੋ ਇਸ ਨੂੰ ਮੱਤ ਦੇਣ ਕਾਰਨ ਮੈਂ ਚੰਡਾਂ ਲਾਈਆਂ, ਭਾਵ ਵਿੱਚ ਚਪੇੜਾਂ ਮਾਰੀਆਂ ਹਨ। ਮਾਪਿਆਂ ਦੀ ਮਾਰ ਪਿਆਰ ਹੁੰਦਾ ਹੈ। ਫਿਰ ਵੇਖੋ ਇਹ ਨੁਕਸਾਨ ਕਰਕੇ ਆਇਆ, ਬਾਹਰ ਲੁਕ ਰਿਹਾ, ਸਾਨੂੰ ਪਤਾ ਵੀ ਨਹੀਂ ਲੱਗਾ। ਤੁਸੀਂ ਦੱਸੋ ਗੁੱਸਾ ਆਵੇ ਕਿ ਨਾ ਆਵੇ। ਹੁਣ ਰਾਏ ਬਲਾਰ ਜੀ ਬੋਲਦੇ ਨੇ, ਕਾਲੂ ਨਾ ਆਵੇ ਗੁੱਸਾ, ਪਰ ਨਾ ਆਵੇ ਇਸ ਨੂਰ ਇਲਾਹੀ ਉੱਤੇ ਗੁੱਸਾ ਨਾ ਆਵੇ, ਜਦ ਆਵੇ ਪਿਆਰ ਆਵੇ। ਫਿਰ ਰੋ ਪਿਆ। ਰਾਏ ਬਲਾਰ ਦੀਆਂ ਅੱਖਾਂ ਵਿੱਚ ਫਿਰ ਪਾਣੀ ਆ ਗਿਆ। ਅਸਾਂ ਤਾਂ ਅੱਜ ਮਤਾਂ ਵੇਖ ਕੇ ਨਿਸ਼ਾ ਹੋ ਰਹੇ ਹਾਂ, ਜੋ ਨਾਨਕ ਖੁਦਾਏ ਦਾ ਘੱਲਿਆ ਆਇਆ ਹੈ। ਇਹ ਕਾਈ ਇਹ ਤੂੰ ਕੀ ਗੱਲ ਆਖਦਾ ਹੈ ਕਾਲੂ, ਕਿ ਤੂੰ ਇਹਨੂੰ ਨਫਾ ਕਰਨ ਸੌਦਾ ਕਰਨ ਤੋਰਿਆ ਹੈ। ਆ ਤਾਂ ਸੋਚ ਇਸਨੇ ਵਿਗਾੜ ਕੀ ਕੀਤਾ। ਇਸ ਤੋਂ ਖਰਾ ਸੌਦਾ ਹੋਰ ਕੀ ਆ ਜੋ ਨਾਨਕ ਕੀਤਾ। ਖੁਦਾਏ ਦੇ 7 ਦਿਨਾਂ ਦੇ ਭੁੱਖਿਆਂ ਬੰਦਿਆਂ ਨੂੰ ਇਹਨੇ ਦਾਨ ਪਾਣੀ ਕੀਤਾ, ਉਹਨਾਂ ਨੂੰ ਭੋਜਨ ਛਕਾਇਆ। ਇਸ ਸੱਚੇ ਸੌਦੇ ਵਿੱਚ ਹੁੰਦੇ, ਇਸੇ ਸੱਚੇ ਸੌਦੇ ਹੁੰਦੇ ਜਾਣ। ਇਹੋ ਖਰਾ ਸੌਦਾ ਜੋ ਨਾਨਕ ਨੇ ਕੀਤਾ, ਇਹੋ ਹੀ ਖਰਾ ਸੌਦਾ, ਇਹੋ ਹੀ ਸੱਚਾ ਸੌਦਾ। ਇਹੋ ਜਿਹੇ ਸੱਚੇ ਸੌਦੇ ਮੇਰੇ ਰਾਜ ਵਿੱਚ ਹੁੰਦੇ ਰਹਿਣੇ ਚਾਹੀਦੇ ਨੇ। ਹੁਣ ਰਾਏ ਨੇ ਆਪਣੀ ਰਾਣੀ ਖੋਖਰਾਂ ਤੋਂ ਦਾਸੀ ਘੱਲ ਕੇ ਰੁਪਈਏ ਆਉਣ
ਲਿਆਉਣ ਲਈ ਕਿਹਾ ਤੇ ਕਾਲੂ ਅੱਗੇ ਧਰ ਕੇ ਆਖਿਆ, ਇਹ ਲਓ ਰੁਪਈਏ ਜਿਨ੍ਹਾਂ ਪਿੱਛੇ ਇਹ ਕਾਲੂ ਤੂੰ ਸਾਡੀ ਨਗਰੀ ਵਿੱਚ ਉਪੱਦਰ ਨਾਲ ਨਿਹੁ ਜੋੜਿਆ। ਇਸ ਵੇਲੇ ਕਾਲੂ ਜੀ ਨੂੰ ਸ਼ਰਮ ਆਈ, ਅੱਖਾਂ ਮੀਟ ਲਈਆਂ, ਕ੍ਰੋਧ ਲੈ ਚੁੱਕਾ ਸੀ। ਕੁਛ ਰਾਏ ਦੇ ਸ੍ਰੀ ਨਾਨਕ ਜੀ ਨੂੰ ਵਲੀ ਪੈਗੰਬਰ ਕਹਿਣ ਤੋਂ ਸੋਚ ਰਿਹਾ ਸੀ। ਨੈਣ ਮੀਟਣ ਮਗਰੋਂ ਕੁਛ ਚੁੱਪ ਹੁੰਦਾ ਜੁੜ ਜਿਹਾ ਗਿਆ। ਧਿਆਨ ਨਾਲ ਜਿਹੜਾ ਵਾ ਉਹ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਤੱਕਿਆ। ਕਦੇ ਕਾਲੂ ਜੀ ਆਪਣੇ ਪੁੱਤਰ ਵੱਲ ਤੱਕਦੇ, ਕਦੇ ਰਾਏ ਵੱਲ ਤੱਕਦੇ ਨੇ। ਫਿਰ ਉਹੀ ਨਜ਼ਾਰਾ ਜੋ ਅੱਖਾਂ ਅੱਗੇ ਆਇਆ ਕਿ ਪੁੱਤਰ ਮੇਰਾ ਵਲੀ ਹੈ, ਪੁੱਤਰ ਮੇਰਾ ਇੱਕ ਸੱਚਾ ਹੈ। ਇਹ ਸਭ ਕੁਝ ਸੁਣਦਿਆਂ ਹੋਇਆਂ ਕਦੀ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਵੇਖਦੇ ਨੇ, ਫਿਰ ਉਹਨਾਂ ਦੇ ਕੀਤੇ ਹੋਏ ਕਰਮਾਂ ਵੱਲ ਦੇਖਦੇ ਨੇ। ਇਹ ਸਭ ਕੁਝ ਕਰਦਿਆਂ ਕਰਾਉਂਦਿਆਂ ਅਖੀਰ ਫਿਰ ਇੱਕ ਵਾਰੀ ਰਾਏ ਨੇ ਝੰਜੋੜ ਕੇ ਆਖਿਆ, ਕਾਲੂ ਜੀ ਆਹ ਲਓ ਮੋਹਰਾਂ ਤੇ ਆਹ ਲਓ ਮਾਇਆ, ਜਿਹੜੇ ਤੁਹਾਡੇ 20 ਰਜਤਪਣ ਲੱਗੇ ਨੇ, 20 ਰੁਪਈਏ ਲੱਗੇ ਨੇ, ਆਹ ਤੁਸੀਂ ਧਨ ਲਓ। ਇਹੀ ਨਹੀਂ, ਜਿੰਨਾ ਧਨ ਮੰਗੋਗੇ ਮੈਂ ਓਨਾ ਹੀ ਦੇਵਾਂਗਾ, ਪਰ ਤੁਸੀਂ ਨਾਨਕ ਨਿਰੰਕਾਰੀ ਜੋਤ ਨੂੰ ਕੁਛ ਨਹੀਂ ਆਖਣਾ। ਮਹਿਤਾ ਕਾਲੂ ਜੀ ਨੇ ਰੁਪਈਏ ਲੈਣੇ ਨਾ ਕੀਤੀ। ਰਾਏ ਨੇ ਕਿਹਾ, ਨਾਨਕ ਤੇਰਾ ਪੁੱਤ ਹੈ ਤੇ ਅਸਾਂ ਦਾ ਇਸ ਦਾ ਕਰਜ਼ਾ ਦੇਣਾ ਹੈ, ਤੂੰ ਲੈ ਲੈ। ਫਿਰ ਧਿਆਨ ਨਾਲ ਸੁਣਨਾ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਤਾ ਨੇ ਮਨਾ ਕੀਤਾ ਤੇ ਫਿਰ ਰਾਏ ਜੀ ਨੇ ਆਖਿਆ ਕਿ ਨਾਨਕ ਤੇਰਾ ਪੁੱਤ ਹੈ ਤੇ ਇਹ ਅਸਾਂ ਇਸ ਦਾ ਕਰਜ਼ਾ ਦੇਣਾ ਹੈ। ਕਿਹਦਾ ਕਰਜ਼ਾ? ਗੁਰੂ ਨਾਨਕ ਦੇਵ ਜੀ ਦਾ। ਤੂੰ ਲੈ ਲੈ। ਤਦ ਕਾਲੂ ਨੇ ਹੱਸ ਕੇ ਆਖਿਆ, ਇਸ ਤਾਂ ਗਵਾਉਣਾ ਜਾਂਦਾ ਹੈ, ਕਦ ਖੱਟਣ ਦੀ ਜਾਚ ਨਹੀਂ ਸਿੱਖੀ। ਤੁਸਾਂ ਇਸ ਨੂੰ ਕਦ ਉਧਾਰ ਲਿੱਤਾ? ਭਾਵ ਇਹਨਾਂ ਨੇ ਗਵਾਉਣਾ ਹੀ ਸਿੱਖਿਆ, ਕਦੇ ਇਹਨਾਂ ਨੇ ਖੱਟਿਆ ਨਹੀਂ। ਜੇ ਖੱਟਿਆ ਨਹੀਂ ਤੇ ਤੁਹਾਨੂੰ ਉਧਾਰ ਕਦੋਂ ਦਿੱਤਾ? ਤਾਂ ਰਾਏ ਨੇ ਪਿਆਰ ਅਤੇ ਅਦਬ ਨਾਲ ਅੱਖਾਂ ਭਰ ਕੇ ਆਖਿਆ ਤੇ ਬੋਲਿਆ, ਸੁਣ ਕਾਲੂ, ਤੁਝ ਕੋ ਸੁਧ ਅਨਾਹੀ, ਮਾਇਆ ਜਿਤੀ ਵਿਖੇ ਜਗ ਮਾਹੀ। ਸਭ ਵਰਤੇ ਨਾਨਕ ਅਨੁਸਾਰੀ, ਪਤ ਰਜਾਏ ਜੋ ਪ੍ਰਤ ਬਿਰਤ ਨਾਰੀ। ਸੰਪਤ ਸਰਬ ਤੁਰੰਗ ਮਤੰਗਾ, ਸੈਦਨ ਆਓ ਸੁਖ ਪਾਲ ਸੁਰੰਗਾ। ਔਰ ਜੇ ਮੁਝ ਕਰ ਸਭ ਵਡਿਆਈ, ਕਮਲ ਨੈਣ ਕਰੁਣਾ ਤੇ ਪਾਈ। ਭਾਵ ਜੋ ਗੁਰੂ ਨਾਨਕ ਪਾਤਸ਼ਾਹ ਜੀ ਤੁਸੀਂ ਆਖਦੇ ਇਹਨਾਂ ਖੱਟਿਆ ਕੀ? ਸਾਰਾ ਜਗਤ ਹੀ ਇਹਨਾਂ ਦਾ ਖੱਟਿਆ ਹੋਇਆ ਖਾ ਰਿਹਾ ਹੈ, ਇਹਨਾਂ ਦੀ ਕੀਤੀ ਹੋਈ ਕਮਾਈ ਹੀ ਖਾ ਰਿਹਾ ਹੈ। ਸਾਰਾ ਜਗਤ ਹੀ ਇਹਨਾਂ ਦੇ ਕੋਲੋਂ ਜਿਹੜਾ ਵਾ ਉਹ ਖਾ ਰਿਹਾ। ਇਸ ਕਰਕੇ ਮੈਂ ਵੀ ਇਹਨਾਂ ਦਾ ਦੇਣਦਾਰ ਹਾਂ। ਕਾਲੂ ਇਹ ਸੁਣ ਕੇ ਮੁਸਕਰਾਇਆ। ਉਹ ਮੁਸਕਰਾਹਟ ਜੋ ਜਗਤ ਨੂੰ ਸਦਾ ਧਵਾਉਂਦੀ ਹੈ। ਹਾਂ, ਪ੍ਰਤੀਤ ਤੇ ਭਰੋਸੇ ਨੂੰ ਜਗਤ ਮਖੌਲ ਦੀ ਮੁਸਕਰਾਹਟ ਨਾਲ ਵੇਖਦਾ ਹੈ। ਧਨ ਸੱਚ, ਪਦਾਰਥ ਸੱਚ, ਮਾਲ ਸੱਚ, ਇੱਜ਼ਤ ਸੱਚ, ਹੁੰਦੇ ਸੱਚ, ਮਨਸਬ ਸੱਚ, ਲੋਕਾਚਾਰੀ ਸੱਚ, ਪਰ ਸਿਦਕ ਤੇ ਭਰੋਸਾ ਤਨਜ ਵਾਲੀ ਮੁਸਕਰਾਹਟ ਦਾ ਹੱਕਦਾਰ ਹੈ। ਭਾਵ ਜਗਤ ਦੇ ਮਾਇਆ ਵਿੱਚ ਫਸੇ ਹੋਏ ਮਨੁੱਖ ਜਦੋਂ ਕੋਈ ਅਕਾਲ ਪੁਰਖ ਨਾਲ ਪਿਆਰ ਪਾਉਣ ਵਾਲੇ ਵੱਲ ਤੱਕਦੇ ਹਨ ਤੇ ਉਹ ਮਸ਼ਕਰੀ ਨਾਲ ਹਾਸਾ ਹੱਸਦੇ ਹਨ, ਇਹ ਕੀ ਗੱਲ ਕਰ ਰਹੇ ਹਨ। ਪਰ ਜਿਹੜਾ ਪ੍ਰੇਮ ਵਿੱਚ ਬੱਝਾ ਹੋਇਆ ਉਹਦੀਆਂ ਬਾਤਾਂ ਨੂੰ ਬੁੱਝਦਾ ਹੈ, ਉਹੀ ਸਮਝ ਸਕਦਾ ਹੈ ਕਿ ਅਸਲ ਵਿੱਚ ਨਿਰੰਕਾਰੀ ਜੋਤ ਕੌਣ ਹੈ। ਜੋ ਰਾਏ ਬੁਲਾਰ ਨੇ ਪਛਾਤਾ ਗੁਰੂ ਨਾਨਕ ਪਾਤਸ਼ਾਹ ਜੀ ਨਿਰੰਕਾਰੀ ਜੋਤ ਹੈ। ਕਾਲੂ ਉਹਦੇ ਉੱਤੇ ਮਿੱਠਾ ਮਿੱਠਾ ਹੱਸਦਾ ਹੈ। ਰਾਏ ਬੁਲਾਰ ਆਖਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਮੈਂ ਦੇਣਦਾਰ ਹਾਂ ਤੇ ਉਹਨਾਂ ਦਾ ਜਿਹੜਾ ਦੇਣਾ ਹੈ ਉਹ ਮੈਂ ਤੁਹਾਨੂੰ ਦੇ ਰਿਹਾ ਹਾਂ। ਇਹ ਸਮਝ ਲਓ ਕਿ ਮੈਂ ਇਹਨਾਂ ਦਾ ਦੇਣਦਾਰ ਹਾਂ ਤੇ ਉਹ ਮੋੜ ਰਿਹਾ ਹਾਂ। ਤੋ ਇਸ ਪ੍ਰਕਾਰ ਇਹ ਵਿਚਾਰ ਚਰਚਾ ਚੱਲੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਤਾ ਜੀ ਨੂੰ ਰਾਏ ਬੁਲਾਰ ਨੇ ਝਿੜਕਿਆ ਕਿ ਭਾਈ ਅੱਜ ਤੋਂ ਬਾਅਦ ਤੂੰ ਇਸ ਬਾਲਕ ਨੂੰ ਕੁਛ ਨਹੀਂ ਆਖਣਾ। ਇਹ ਬਾਲਕ ਜੋ ਵੀ ਤੇਰਾ ਨੁਕਸਾਨ ਕਰਦਾ ਹੈ ਉਸ ਨੁਕਸਾਨ ਦੀ ਭਰਵਾਈ ਮੈਂ ਕਰਾਂਗਾ। ਸੋ ਇਸ ਪ੍ਰਕਾਰ ਇਹ ਸਾਖੀ ਖਤਮ ਹੋਈ ਹੈ। ਹੁਣ ਕੱਲ ਤੋਂ ਅਗਲੇਰੀ ਸਾਖੀ ਤਲਵੰਡੀ ਤੋਂ ਸੁਲਤਾਨਪੁਰ, ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਚਾਰਕ ਫੇਰੀ ਦੌਰਾਨ ਜੋ ਜਗਤ ਦੇ ਕਲਿਆਣ ਹਿੱਤ 4 ਪ੍ਰਚਾਰਕ ਫੇਰੀਆਂ, ਉਸ ਤੋਂ ਸਭ ਤੋਂ ਪਹਿਲਾਂ ਜਿਹੜਾ ਇਹ ਤਲਵੰਡੀ ਤੋਂ ਸੁਲਤਾਨਪੁਰ ਨੂੰ ਜਾਣ ਵਾਲੀ ਸਾਖੀ ਅਸੀਂ ਸਰਵਣ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ। ਬੇਅੰਤ ਭੁੱਲਾਂ ਦੀ ਖਿਮਾ।
ਗੁਰੂ ਸਾਹਿਬ ਬਖਸ਼ਿਸ਼ ਕਰਨ, ਸਾਨੂੰ ਸਮਤ ਬਖਸ਼ਣ। ਅਸੀਂ ਵੀ ਜਿਸ ਤਰ੍ਹਾਂ ਰਾਏ ਬਲਾਰ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਛਾਣਿਆ, ਇਸੇ ਤਰ੍ਹਾਂ ਅਸੀਂ ਵੀ ਆਪਣੇ ਮਨਾਂ ਦੇ ਵਿੱਚੋਂ ਜਗਤ ਦਾ ਜਿਹੜਾ ਵਾ ਉਹ ਮਾਇਆ ਦਾ ਮੋਹ ਤਿਆਗ ਕੇ, ਮਾਇਆ ਰਾਏ ਬਲਾਰ ਨੇ ਵੀ ਬੜੀ ਕਮਾਈ, ਪਰ ਜਗਤ ਵਿੱਚ ਮਾਇਆ, ਉਸ ਮਾਇਆ ਤੋਂ ਉਪਰਾਮ ਹੋ ਕੇ ਤੱਕਿਆ ਕਿ ਗੁਰੂ ਨਾਨਕ ਇੱਕ ਇਲਾਹੀ ਪਰਵਤਗਾਰੀ ਜਿਹੜਾ ਉਹ ਨੂਰ ਹੈ, ਇਸ ਕਰਕੇ ਉਹਨੂੰ ਮੰਨਣਾ ਚਾਹੀਦਾ ਹੈ। ਅਸੀਂ ਵੀ ਆਪਣੇ ਮਨਾਂ ਦੇ ਅੰਦਰੋਂ ਮਾਇਆ ਦਾ ਭਰਮ ਤੋੜ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੀ ਹੋਈ ਬਾਣੀ, ਉਹਨਾਂ ਦੇ ਇਤਿਹਾਸ ਨੂੰ ਪੜ੍ਹ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।